ਮੈਂਟਲੀ ਡਿਸੇਬਲ ਜਿਹੜੇ ਲੋਕ ਨੇ ਉਹਨਾਂ ਦੀ ਸੇਵਾ ਸੰਭਾਲ ਕਰਨਾ ਕਿਸ ਤਰ੍ਹਾਂ ਤੁਹਾਡਾ ਇੱਥੇ ਇਸ ਪਲ ਫੋਕਸ ਆਇਆ? ਉਹਨਾਂ ਨੂੰ ਕੈਦੀਆਂ ਵਾਂਗੂ ਰੱਖਿਆ ਜਾਂਦਾ ਹੈ। ਇਹ ਵੀ ਹਿਊਮਨ ਬੀਇੰਗ ਨੇ, ਸੋ ਲੈਟ them mingle with community। ਕਿੰਨੇ ਹੋਮ ਸੀ ਤੁਸੀਂ ਟੇਕ ਕੇਅਰ ਕਰ ਰਹੇ ਹੋ ਔਰ ਕਿੰਨੇ ਪੇਸ਼ੈਂਟਸ ਨੇ? ਇਸ ਵਕਤ ਮੈਂ 4 ਫੈਸਿਲਿਟੀ ਚਲਾ ਰਿਹਾ। ਉਹਨਾਂ ਦੇ ਟਰਾਂਸਪੋਰਟੇਸ਼ਨ ਰਿਲੇਟਡ ਬਿਜ਼ਨਸ ਹੈ, ਉਹਨੂੰ ਵੀ ਐਕਸਪੈਂਡ ਕਰ ਰਹੇ ਹਾਂ। ਮੈਕਸਿਮਮ ਇੱਕ ਹੋਮ ਦੇ ਵਿੱਚ 6 ਪੇਸ਼ੈਂਟ ਅਲਾਉਡ ਕਰਦੇ ਨੇ। ਕਾਂਗਰਸ ਅੱਜ ਕਿਸ ਦਿਸ਼ਾ ਵਿੱਚ ਜਾ ਰਹੀ ਹੈ? ਦੇ ਆਰ ਔਨ ਰਾਈਟ ਪਾਥ। ਭਾਰਤ ਜੋੜੋ ਯਾਤਰਾ ਕੀਤੀ ਕਰਨਾਟਕਾ ਚ, ਹਿਮਾਚਲ ਪ੍ਰਦੇਸ਼ ਉਹਦਾ ਬੈਨੀਫਿਟ ਮਿਲਿਆ। 24 ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਵਿਲ ਫਾਰਮ ਗਵਰਨਮੈਂਟ। ਅੱਜ ਜੇਕਰ ਪੰਜਾਬ ਦੀ ਹਾਲਤ ਦੇਖੀਏ ਤਾਂ ਪੰਜਾਬ ਦੀ ਤਸਵੀਰ ਨੂੰ ਕੀ ਦੇਖਦੇ ਹੋ? ਦਨ ਪਾਰਟੀ ਫਾਈਟਿੰਗ, ਉਹਦਾ ਕਾਫੀ ਨੁਕਸਾਨ ਹੋਇਆ। ਆਪ ਪਾਰਟੀ ਨੂੰ ਮੈਜੋਰਟੀ ਮਿਲੀ ਹੈ ਜਿਹੜੀ ਉਹਨਾਂ ਨੇ ਪੰਜਾਬ ਦੀ ਇਕਾਨਮੀ ਨੂੰ ਬਹੁਤ ਖਰਾਬ ਕਰ ਦੇਣਾ। ਮਹੱਲਾ ਕਿੰਨੇ ਕਲੇ ਉਹਨਾਂ ਦਾ ਜਿਹੜਾ ਨਾ ਚਾਰਮ ਜਿਹਾ ਲੋਕਾਂ 'ਚ ਖਤਮ ਹੋ ਰਿਹਾ, ਕਿਉਂਕਿ ਉੱਥੇ ਮਿਲ ਨਹੀਂ ਰਿਹਾ ਕੁਛ। ਕੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਲੋਕੀ ਦੇਖਣਾ ਚਾਹਣਗੇ? ਰਾਹੁਲ ਗਾਂਧੀ ਦੀ ਆਪਣੀ ਸੋਚ ਹੈ, ਐਬਸੋਲੂਟ ਮੈਜੋਰਟੀ ਲੈ ਜਾਂਦੀ ਹੈ, ਫਿਰ ਰਾਹੁਲ ਗਾਂਧੀ ਦੇ ਚਾਂਸਸ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭੁਲੇਂਦਰ ਸਿੰਘ ਵਿਰਮਾਨੀ। ਪ੍ਰੋਗਰਾਮ ਸਿੱਖ ਹਾਈ ਫਲਾਰ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਔਰ ਅੱਜ ਮੈਂ ਪਹੁੰਚਿਆ ਹਾਂ ਕੈਲੀਫੋਰਨੀਆ ਦੇ ਰਿਵਰਸਾਈਡ ਸ਼ਹਿਰ ਵਿੱਚ। ਬੜਾ ਹੀ ਸੋਹਣਾ ਸ਼ਹਿਰ ਅਤੇ ਬੜੀ ਸੋਹਣੀ ਅੱਜ ਸ਼ਖਸੀਅਤ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ। ਸਰਦਾਰ ਸਰਬਜੀਤ ਸਿੰਘ ਮਾਨ ਸਾਡੇ ਨਾਲ ਅੱਜ ਜੁੜੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਮਿਲ ਕੇ ਕਹਿ ਰਹੇ ਹਾਂ ਸਿੱਖ ਹਾਈ ਫਲਾਰ। ਸੋ ਮਾਨ ਸਾਹਿਬ, ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵਿਰਮਾਨੀ ਜੀ, ਤੁਸੀਂ ਦੂਰੋਂ ਚੱਲ ਕੇ ਆਣ ਕੇ ਸਾਨੂੰ ਇਹ ਮਾਣ ਨਵਾਜਿਆ। ਔਰ ਇਸ ਤੋਂ ਇਲਾਵਾ ਤੁਹਾਡੇ ਵੀ ਮੀਡੀਆ ਦੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ-ਬਹੁਤ ਧੰਨਵਾਦ ਜੀ। ਔਰ ਸਾਡੇ ਨਾਲ ਅੱਜ ਸਰਬਜੀਤ ਸਿੰਘ ਮਾਨ ਸਾਹਿਬ ਕਿਉਂ ਨੇ? ਕਿਉਂਕਿ ਇੱਕ ਕਰਕੇ ਜੇਕਰ ਉਪਲਬਧੀਆਂ ਦੀ ਗੱਲ ਕਰੀਏ ਤਾਂ ਅੱਜ ਇਹ ਨਰਸਿੰਗ ਕੇਅਰ ਸੈਂਟਰ ਵੀ ਚਲਾ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ, ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ। ਔਰ ਤੇ ਨਾਲ ਹੀ ਅਗਰ ਜੇਕਰ ਗੱਲ ਕਰੀਏ ਇੰਡੀਅਨ ਓਵਰਸੀਜ਼ ਕਾਂਗਰਸ ਦੀ, ਤਾਂ ਜੀ ਹਾਂ, ਪਿਛਲੇ 8 ਸਾਲਾਂ ਤੋਂ ਤਕਰੀਬਨ ਪ੍ਰਧਾਨਗੀ ਦੀ ਕੁਰਸੀ ਸੰਭਾਲ ਚੁੱਕੇ ਨੇ ਕੈਲੀਫੋਰਨੀਆ ਦੀ। ਤੇ ਨਾਲ ਹੀ NRI ਕੋਆਰਡੀਨੇਟਰ ਵੀ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ US ਚੈਪਟਰ ਦੇ ਵੀ ਕੋਆਰਡੀਨੇਟਰ ਨੇ। ਸੋ ਬਹੁਤ ਸਾਰੀਆਂ ਇੱਕ ਕਰਕੇ ਉਪਲਬਧੀਆਂ ਤੁਹਾਨੂੰ ਮਿਲੀਆਂ ਹੋਈਆਂ ਨੇ। ਇਸ ਤੋਂ ਇਲਾਵਾ ਕਈ ਗੁਰਦੁਆਰੇ ਸਭਾਵਾਂ ਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਹੱਥ ਰਿਹਾ, ਯੋਗਦਾਨ ਰਿਹਾ ਅੱਗੇ ਉਹਨਾਂ ਨੂੰ ਚਲਾਉਣ ਦੇ ਲਈ। ਸੋ ਮਾਨ ਸਾਹਿਬ, ਇੱਕ ਕਰਕੇ ਤੁਸੀਂ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਹੋਈਆਂ ਨੇ। ਜ਼ਰੂਰ ਜਾਣਨਾ ਚਾਹਾਂਗੇ ਥੋੜ੍ਹੇ ਜਿਹੇ ਪਿਛੋਕੜ ਬਾਰੇ, ਕਿਉਂਕਿ ਕਾਂਗਰਸ ਨਾਲ ਤਾਂ ਤੁਹਾਡਾ ਅਤੀ ਜੁੜਿਆ ਹੀ ਹੋਇਆ, ਤੁਹਾਡਾ ਪਰਿਵਾਰ ਜੁੜਿਆ ਹੋਇਆ। ਕਦੋਂ ਤੁਸੀਂ ਅਮਰੀਕਾ ਪਹਿਲੀ ਵਾਰ ਗਏ, ਕੀ ਸਬਬ ਬਣਿਆ, ਔਰ ਅੱਜ 2023 ਵਿੱਚ ਅਸੀਂ ਬੈਠੇ ਹਾਂ, ਕਿੰਨਾ ਕੁ ਫਰਕ ਦੇਖਦੇ ਹੋ? ਮੈਂ ਅਮਰੀਕਾ 'ਚ ਆਪਣਾ ਵਿਆਹ ਸ਼ਾਦੀ ਕਰਕੇ ਪਹੁੰਚਿਆ। ਮੇਰੇ ਮਿਸਿਸ ਇੱਥੇ ਪਹਿਲਾਂ ਆ ਚੁੱਕੇ ਸੀ ਜੀ, ਤੇ ਉਹਨਾਂ ਨੂੰ ਇਮੀਗ੍ਰੇਸ਼ਨ ਮਿਲ ਚੁੱਕੀ। ਫਿਰ ਸਾਡਾ ਰਿਸ਼ਤਾ ਹੋ ਗਿਆ ਇੰਡੀਆ 'ਚ ਜਾ ਕੇ ਜੀ। ਫਿਰ ਵਿਆਹ ਤੋਂ ਬਾਅਦ ਜਦੋਂ ਗ੍ਰੀਨ ਕਾਰਡ ਮੈਨੂੰ ਮਿਲਿਆ, ਫਿਰ ਮੈਂ 1980 'ਚ USA LA ਪਹੁੰਚਿਆ, ਲਾਸ ਐਂਜਲਸ ਜੀ। ਹਾਂਜੀ, ਉਸ ਟਾਈਮ ਤੋਂ ਇਸ ਏਰੀਏ 'ਚ ਰਹਿ ਰਹੇ ਹਾਂ, ਸਦਰਨ ਕੈਲੀਫੋਰਨੀਆ 'ਚ। ਸਦਰਨ ਕੈਲੀਫੋਰਨੀਆ 'ਚ ਹੀ ਹੋ, ਤੇ ਕਿੰਨਾ ਕੁ ਫਰਕ ਤੁਸੀਂ ਦੇਖਦੇ ਹੋ? ਕਿਉਂਕਿ 1980 ਦਾ ਤੁਸੀਂ ਇੱਥੇ ਆਏ ਹੋਏ ਹੋ, ਅੱਜ 2023 ਹੋ ਗਿਆ, ਤਕਰੀਬਨ 43 ਸਾਲ, 4 ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਤੁਸੀਂ ਅਮਰੀਕਾ ਦੀ ਧਰਤੀ ਤੇ ਬਿਤਾਇਆ ਹੈਗਾ। ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕੁ ਸਾਡੀ ਜਿਹੜੀ ਸਿੱਖ ਪੋਪੂਲੇਸ਼ਨ ਹੈਗੀ ਹੈ ਵਧੀਆ, ਸਿੱਖ ਕਮਿਊਨਿਟੀ ਨੇ ਜਿਹੜਾ ਆਪਣਾ ਵਿਸਥਾਰ ਕੀਤਾ? ਸਿੱਖ ਕਮਿਊਨਿਟੀ ਨੇ ਮੈਨੀਫੋਲਡ ਹਾਂਜੀ ਵਿਸਤਾਰ ਕੀਤਾ। ਜਦੋਂ ਅਸੀਂ ਆਏ ਸਾਂ ਗਿਣਤੀ ਦੇ ਸਿੱਖ ਹੁੰਦੇ ਸੀ ਜੀ। ਜੇ ਫਾਰ ਐਗਜ਼ਾਮਪਲ ਜੇ ਸੰਡੇ ਨੂੰ ਇੱਕ ਗੁਰਦੁਆਰੇ ਅਸੀਂ ਆਪਣਾ ਲਾਸ ਐਂਜਲਸ ਜਾਂਦੇ ਰਹੇ ਹਾਂ, ਉੱਥੇ ਗਿਣਤੀ ਦੇ ਸਿੱਖ ਹੋਣੇ 50, 60, 100 ਬੰਦਾ ਇਕੱਠਾ ਹੋ ਜਾਣਾ, ਤਾਂ ਆਖਣਾ ਬਹੁਤ ਵੱਡੀ ਗੈਦਰਿੰਗ ਹੋ ਗਈ ਹੈ ਜੀ। ਹੁਣ ਇਸ ਵਕਤ ਮੇਰਾ ਖਿਆਲ ਹੈ ਕੋਈ 15, 16 ਗੁਰਦੁਆਰੇ ਹੋਣੇ ਆਲ ਓਵਰ ਸਦਰਨ ਕੈਲੀਫੋਰਨੀਆ ਜੀ। ਜਿੱਥੇ ਜਾਓ ਰੌਣਕਾਂ ਲੱਗੀਆਂ ਹੁੰਦੀਆਂ ਨੇ। ਸੋ ਜੋ ਕੈਨ ਇਮੈਜਿਨ ਕਿੰਨੀ ਸੰਗਤ ਆ ਚੁੱਕੀ ਹੈ। ਆਪਣਾ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਬਹੁਤ ਵੱਧ ਚੁੱਕਾ। ਬਿਲਕੁਲ, ਕਿਉਂਕਿ ਕੈਲੀਫੋਰਨੀਆ ਵਿੱਚ ਤਾਂ ਵੈਸੇ ਵੀ ਪੰਜਾਬੀ ਭਾਈਚਾਰੇ ਨੇ ਬੜੀਆਂ ਤਰੱਕੀਆਂ ਕੀਤੀਆਂ ਨੇ। ਔਰ ਅੱਜ ਅਮਰੀਕਾ ਦੀ ਇਕਨੋਮੀ ਦੀ ਜੇਕਰ ਗੱਲ ਕਰੀਏ, ਅਮਰੀਕਾ ਦੀ ਇਕਨੋਮੀ ਵਿੱਚ ਵੀ ਸਾਡੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਹਾਂਜੀ, ਇਸ ਵਕਤ ਜਦੋਂ ਅਸੀਂ ਆਏ ਉਦੋਂ ਬਹੁਤੇ ਪ੍ਰੋਫੈਸ਼ਨਲ ਲੋਕ ਆਏ ਸੀ ਉਸ ਟਾਈਮ 1980 ਜਾਂ ਉਦੋਂ ਪਹਿਲੋਂ, ਜਿਹੜੇ ਕੋਈ ਡਾਕਟਰ, ਇੰਜੀਨੀਅਰ ਜਾਂ ਇਹੋ ਜਿਹੇ ਨਰਸਿੰਗ ਵਗੈਰਾ ਦਾ ਉਹ ਜਾਬਾਂ ਵਗੈਰਾ ਕਰਦੇ ਸੀ। ਉਦੋਂ ਬਿਜ਼ਨਸ 'ਚ ਹੈਗੇ ਸੀ ਪਰ ਬਹੁਤ ਘੱਟ ਸੀ। ਹੁਣ ਉਸ ਤੋਂ ਬਾਅਦ ਪਿਛਲੇ ਕੋਈ 30 ਸਾਲ ਤੋਂ 25 ਸਾਲ ਤੋਂ ਪੰਜਾਬੀਆਂ ਨੇ ਤਕਰੀਬਨ ਐਵਰੀ ਬਿਜ਼ਨਸ ਟੇਕ ਓਵਰ ਕਰ ਲਿਆ ਜੀ। ਕਨਵੀਨੀਅੰਸ ਸਟੋਰ ਲੈ ਲਓ, ਆਪਣਾ ਟਰੱਕਿੰਗ ਦਾ ਬਿਜ਼ਨਸ ਲੈ ਲਓ,
ਪਹਿਲਾਂ ਟੈਕਸੀ ਬਿਜ਼ਨਸ ਵੀ ਇਹਨਾਂ ਕੋਲ ਬਹੁਤ ਹੁੰਦਾ, ਫਿਰ ਉਹ ਉਬਰ ਵਗੈਰਾ ਆਉਣ ਨਾਲ ਖਤਮ ਹੋ ਗਿਆ ਹਨ ਜੀ। ਇਸ ਤੋਂ ਇਲਾਵਾ ਹੋਰ ਵੀ ਰੈਸਟੋਰੈਂਟ ਬਿਜ਼ਨਸ ਆਪਣੇ ਜਿਹੜੇ ਇੱਥੇ ਚੱਲ ਰਹੇ ਨੇ, ਵੈਡਿੰਗ ਦੇ ਰਿਜ਼ੋਰਟ ਵਗੈਰਾ, ਉਹ ਵੀ ਇਹਨਾਂ ਕੋਲ ਹਨ ਜੀ। ਇਸ ਕਰਕੇ ਬਿਜ਼ਨਸ 'ਚ ਬਹੁਤ ਜ਼ਿਆਦਾ ਪੰਜਾਬੀਆਂ ਨੇ ਤਰੱਕੀ ਕੀਤੀ ਹੈ ਉਸ ਟਾਈਮ ਤੋਂ ਬਾਅਦ। ਬਿਲਕੁਲ, ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਦੀ ਜਦੋਂ ਇੰਟਰਵਿਊ ਕਰਦੇ ਹਾਂ ਗੁਰਦੁਆਰਾ ਸਾਹਿਬਾਨਾਂ ਨਾਲ ਤਾਂ ਉਹ ਜੁੜੇ ਹੀ ਹੁੰਦੇ ਨੇ, ਪਰ ਕਿਤੇ ਨਾ ਕਿਤੇ ਉਹ ਆਪਣੇ ਟਰੱਕਿੰਗ ਬਿਜ਼ਨਸ 'ਚ ਹੁੰਦੇ ਨੇ, ਜਾਂ ਉਹਨਾਂ ਦੇ ਗੈਸ ਸਟੇਸ਼ਨਸ ਹੁੰਦੇ ਨੇ, ਜਾਂ ਉਹਨਾਂ ਦੀ ਆਪਣੇ ਕੋਈ ਆਰਟੀ ਫਰਮ ਹੁੰਦੀ ਹੈ, ਵੱਖ-ਵੱਖ ਤਰ੍ਹਾਂ ਦੇ ਉਹ ਆਪਣੇ ਕਾਰੋਬਾਰ 'ਚ ਲੱਗੇ ਹੁੰਦੇ। ਪਰ ਤੁਹਾਡਾ ਕਾਰੋਬਾਰ ਜਿਹੜਾ ਹੈਗਾ ਬਿਲਕੁਲ ਵੱਖਰਾ ਹੈਗਾ, ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਸੇਵਾ ਭਾਵਨਾ ਨਾਲ ਅੱਗੇ ਵਧ ਰਹੇ ਹੋ ਔਰ ਬਿਜ਼ਨਸ ਵੀ ਬੜਾ ਵਧੀਆ ਤਰੀਕੇ ਨਾਲ ਚਲਾ ਰਹੇ ਹੋ। ਮੈਂਟਲੀ ਡਿਸਆਰਡਰ, ਮੈਂਟਲੀ ਡਿਸੇਬਲ ਜਿਹੜੇ ਲੋਕ ਨੇ ਉਹਨਾਂ ਦੀ ਸੇਵਾ ਸੰਭਾਲ ਕਰਨਾ ਇੱਥੋਂ ਦੀ ਜਿਹੜੀ ਕੈਲੀਫੋਰਨੀਆ ਦੀ ਸਰਕਾਰ ਨਾਲ ਮਿਲ ਕੇ, ਉਸ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿਸ ਤਰ੍ਹਾਂ ਤੁਹਾਡਾ ਇੱਥੇ ਇਸ ਪਲ ਫੋਕਸ ਆਇਆ ਕਿ ਨਹੀਂ ਇਸ ਪਾਸੇ ਮੈਨੂੰ ਧਿਆਨ ਦੇਣਾ ਚਾਹੀਦਾ ਔਰ ਇਸ ਪਾਸੇ ਜਿਹੜਾ ਬਿਜ਼ਨਸ ਹੈ ਉਸ ਨੂੰ ਵਿਸਥਾਰ ਦੇਣਾ ਚਾਹੀਦਾ। ਮੈਂ ਸ਼ੁਰੂ ਤੋਂ ਹੀ ਜਦੋਂ ਦਾ ਅਮਰੀਕਾ 'ਚ ਆਇਆ ਮੈਡੀਕਲ ਬਿਜ਼ਨਸ ਨਾਲ ਹੀ ਮੇਰਾ ਤਕਰੀਬਨ ਇਨਵੋਲਵਮੈਂਟ ਰਹੀ ਹੈ ਜੀ। ਔਰ ਥੋੜ੍ਹਾ ਚਿਰ ਮੈਂ ਜੌਬ ਕੀਤੀ, ਪਰ ਉਸ ਤੋਂ ਬਾਅਦ ਫਿਰ ਜਲਦੀ ਮੈਂ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ। ਜਿਸ ਤਰ੍ਹਾਂ ਪਹਿਲੋਂ ਡਾਇਗਨੋਸਟਿਕ ਲੈਬ ਵਗੈਰਾ ਬੜੀਆਂ ਪ੍ਰੋਮੀਨੈਂਟ ਹੁੰਦੀਆਂ ਸੀ ਜੀ, ਅਤੇ ਉਦੋਂ ਜਿਸ ਤਰ੍ਹਾਂ ਅਲਟਰਾਸਾਊਂਡ ਹੋ ਗਿਆ, ਐਕੋ ਕਾਰਡੀਓਗ੍ਰਾਫੀ ਹਸਪਤਾਲਾਂ 'ਚ ਨਹੀਂ ਅਵੇਲੇਬਲ ਹੁੰਦੀ, ਪਰ ਅਸੀਂ ਜਾ ਕੇ ਉੱਥੇ ਸਰਵਿਸ ਦਿੰਦੇ ਸਾਂ ਜੀ। ਉਸ ਤੋਂ ਬਾਅਦ ਫਿਰ ਮੈਨੂੰ ਇੱਕ ਇੱਥੇ ਰਹਿੰਦੇ ਸੀ ਕੋਈ ਮੈਡੀਕਲ ਬਿਜ਼ਨਸ ਰਿਲੇਟਡ, ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਵਾਈ ਨਾਟ ਯੂ ਡੂ ਦਿਸ ਬਿਜ਼ਨਸ, ਇਹਦੇ 'ਚ ਕੈਲੀਫੋਰਨੀਆ 'ਚ ਨੀਡ ਬੜੀ ਇਹਦੀ। ਹਾਂਜੀ। ਉਸ ਟਾਈਮ ਇਹ ਜਿਹੜੇ ਮੈਂਟਲੀ ਡਿਸੇਬਲਡ ਹੁੰਦੇ ਸੀ ਨਾ ਪੇਸ਼ੈਂਟ, ਉਹਨਾਂ ਨੂੰ ਇੱਕ ਫੈਸਿਲਿਟੀਆਂ ਹੀ ਗੌਰਮੈਂਟ ਦੀਆਂ ਕੈਲੀਫੋਰਨੀਆ ਦੇ ਉਹਨਾਂ 'ਚ ਰੱਖਿਆ ਜਾਂਦਾ, ਜਿਹਦੇ 'ਚ ਐਜ਼ ਕੈਦੀਆਂ ਵਾਂਗੂ ਰੱਖਿਆ ਜਾਂਦਾ ਹੈ। ਅੱਛਾ। ਫਿਰ ਇਹਨਾਂ ਨੇ ਕੈਲੀਫੋਰਨੀਆ 'ਚ ਇੱਕ ਬਿੱਲ ਪਾਸ ਕੀਤਾ ਵੀ ਇਹਨਾਂ ਨੂੰ ਵਾਈ ਨਾਟ ਯੂ ਟੇਕ them out into the community, ਸੋ ਇਹ ਵੀ ਹਿਊਮਨ ਬੀਇੰਗ ਨੇ, ਸੋ ਲੈਟ them mingle with community ਜੀ। ਸੋ ਫਿਰ ਉਹਨਾਂ ਨੇ ਉਦੋਂ ਸਾਨੂੰ ਓਪਰਚੁਨਿਟੀ ਦਿੱਤੀ ਵੀ ਤੁਸੀਂ ਆਪਣੇ ਹੋਮਸ ਲੈ ਕੇ ਸਾਡੇ ਕੋਲੋਂ ਸਟੇਟ ਕੋਲੋਂ ਲਾਇਸੈਂਸ ਕਰਾ ਕੇ ਉੱਥੇ ਇਹਨਾਂ ਨੂੰ ਰੱਖਿਆ ਜਾਏ, ਤਾਂ ਕਿ ਇਹ ਵੀ ਜੋ ਬਾਹਰ ਦੀਆਂ ਫੈਸਿਲਿਟੀਜ਼ ਨੇ ਜਾਂ ਸੁਸਾਇਟੀ ਦਾ ਜੋ ਵੀ ਹੈਗਾ ਉਹਦੇ 'ਚ ਇਹ ਵੀ ਮਿੰਗਲ ਹੋ ਕੇ ਉਹਨੂੰ ਇੰਜੋਏ ਕਰ ਸਕਣ। ਤਾਂ ਉਸ ਤੋਂ ਬਾਅਦ ਫਿਰ ਮੈਂ ਇਹ ਬਿਜ਼ਨਸ ਸ਼ੁਰੂ ਕੀਤਾ ਜੀ। ਔਰ ਮੇਰੇ ਹਰੇ ਇਹਦੇ 'ਚ ਆਪਣੇ ਇੰਡੀਅਨ ਬਹੁਤ ਘੱਟ ਨੇ, ਜਿਹੜੇ ਐਲਡਰਲੀ ਕੇਅਰ ਉਹਦੇ 'ਚ ਕਾਫੀ ਨੇ, ਪਰ ਇਹਦੇ ਯੂਨੀਕ ਬਿਜ਼ਨਸ ਆ, ਵੈਰੀ ਹੈਵੀਲੀ ਰੈਗੂਲੇਟਡ ਬਿਜ਼ਨਸ ਆ ਜੀ। ਸੋ ਇਸ ਕਰਕੇ ਹਰ ਬੰਦਾ ਇਹਨੂੰ ਹੱਥ ਪਾਉਣੋਂ ਝਿਜਕਦਾ। ਬਿਲਕੁਲ ਝਿਜਕਦਾ ਵੀ ਹੈਗਾ, ਕਿਉਂਕਿ ਇਸ ਵਿੱਚ ਜਿਹੜੀ ਹੈਗੀ ਸੇਵਾ ਭਾਵਨਾ ਵੀ ਇੱਕ ਚਾਹੀਦੀ ਹੈਗੀ ਆ ਔਰ ਪੇਸ਼ੈਂਟਸ ਨਾਲ ਜੁੜ ਕੇ ਕੰਮ ਕਰਨਾ ਵੀ ਸੌਖਾ ਨਹੀਂ ਹੈ, ਔਰ ਖਾਸ ਕਰਕੇ ਜਿਹੜੇ ਮੈਂਟਲੀ ਜਿਹੜੇ ਡਿਸੇਬਲ ਹੁੰਦੇ ਨੇ ਉਹਨਾਂ ਨਾਲ। ਪਰ ਅੱਜ ਤੁਹਾਡੇ ਤੋਂ ਜਾਣਨਾ ਚਾਹਾਂਗੇ ਇਸ ਤਰ੍ਹਾਂ ਦੇ ਕਿੰਨੇ ਹੋਮਸ ਹੀ ਤੁਸੀਂ ਟੇਕ ਕੇਅਰ ਕਰ ਰਹੇ ਹੋ ਔਰ ਕਿੰਨੇ ਪੇਸ਼ੈਂਟਸ ਨੇ ਤੁਹਾਡੇ ਕੋਲ ਇਸ ਤਰ੍ਹਾਂ ਦੇ? ਮੈਂ ਪਹਿਲਾਂ ਤਾਂ ਸ਼ੁਰੂ ਕੀਤਾ ਸੀ ਆਪਣੇ ਇੱਧਰ ਇੱਕ ਸਿਟੀ ਹੈ ਅਜੂਸਾ ਜੀ, ਉੱਥੇ ਮੈਂ ਸ਼ੁਰੂ ਕੀਤਾ ਸੀ, 2-3 ਬਿਜ਼ਨਸ ਉੱਥੇ ਹੁੰਦੇ ਸੀ। ਫਿਰ ਅਸੀਂ ਇੱਧਰ ਨੂੰ ਮੂਵ ਹੋ ਗਏ, ਫਿਰ ਉਹ ਮੈਂ ਸੈੱਲ ਕਰਕੇ ਫਿਰ ਇੱਥੇ ਇਸ ਵਕਤ ਮੈਂ 4 ਫੈਸਿਲਿਟੀ ਚਲਾ ਰਿਹਾ ਜੀ। ਔਰ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੀ ਟਰਾਂਸਪੋਰਟੇਸ਼ਨ ਰਿਲੇਟਡ ਬਿਜ਼ਨਸ ਆ ਉਹ ਵੀ ਅਸੀਂ ਹੁਣ ਸ਼ੁਰੂ ਕਰ ਰਹੇ ਹਾਂ, ਜਲਦੀ ਸ਼ੁਰੂ ਹੋ ਰਿਹਾ। ਔਰ ਉਸ ਤੋਂ ਇਲਾਵਾ 1-2 ਹੋਰ ਇਸੇ ਰਿਲੇਟਡ ਬਿਜ਼ਨਸ ਨੇ ਜਿਹੜੇ ਸਾਨੂੰ ਨਾ ਆਪ ਹੀ ਓਪਰਚੁਨਿਟੀ ਦੇ ਰਹੇ ਨੇ ਜੀ ਗਵਰਨਮੈਂਟ ਵਾਲੇ, ਕਿ ਤੁਸੀਂ ਆਹ ਨਾਲ ਸ਼ੁਰੂ ਕਰ ਲਓ, ਤਾਂ ਕਿ ਜਿਹੜਾ ਤੁਹਾਡਾ ਹੁਣ ਜਿਸ ਤਰ੍ਹਾਂ ਇਸ ਵਕਤ ਟਰਾਂਸਪੋਰਟੇਸ਼ਨ ਹੋਰ ਕੰਪਨੀਆਂ ਪ੍ਰੋਵਾਈਡ ਕਰ ਰਹੀਆਂ, ਬਿਲਕੁਲ ਉਹਦੇ ਵਾਈ ਨਾਟ ਯੂ ਟੇਕ ਓਪਰਚੁਨਿਟੀ ਐਂਡ ਅਵੇਲ ਯੋਰ ਪੀਪਲ, ਜਿਹੜੇ ਤੁਹਾਡੇ ਪੇਸ਼ੈਂਟ ਨੇ ਉਹਨਾਂ ਨੂੰ ਤੁਸੀਂ ਆਪ ਹੀ ਟਰਾਂਸਪੋਰਟ ਕਰੋ, ਆਪਣੀਆਂ ਵਹੀਕਲ ਲਓ, ਅਸੀਂ ਤੁਹਾਨੂੰ ਉਹਦਾ ਵੀ ਪੇ ਕਰਾਂਗੇ ਜੀ। ਸੋ ਅਸੀਂ ਉਹਨੂੰ ਵੀ ਐਕਸਪੈਂਡ ਕਰ ਰਹੇ ਹਾਂ। ਕਿੰਨੇ ਕੁ ਪੇਸ਼ੈਂਟਸ ਨੇ ਇਹਨਾਂ ਕੇਅਰ ਸੈਂਟਰਸ ਵਿੱਚ? ਇਹ ਮੈਕਸਿਮਮ ਇੱਕ ਹੋਮ ਦੇ ਵਿੱਚ 6 ਪੇਸ਼ੈਂਟ ਅਲਾਉਡ ਕਰਦੇ ਨੇ ਜੀ, ਕੈਲੀਫੋਰਨੀਆ ਵਾਲੇ ਸਟੇਟ ਕੈਲੀਫੋਰਨੀਆ ਦਾ ਰੈਗੂਲੇਸ਼ਨ ਹੈ। ਸੋ 4 ਹੋਣ ਦੇ ਕਰਕੇ ਸਾਡੇ ਕੋਲ 24 ਪੇਸ਼ੈਂਟਸ ਅਸੀਂ ਉਹਨਾਂ ਨੂੰ ਸਰਵ ਕਰ ਰਹੇ ਹਾਂ ਜੀ। ਔਰ 24 ਆਵਰ 24/7 ਉਹਨਾਂ ਦੀ ਕੇਅਰ ਹੁੰਦੀ ਰਹਿੰਦੀ ਹੈ। ਕੇਅਰ ਹੁੰਦੀ ਹੈ, ਬਿਲਕੁਲ ਠੀਕ ਹੈ। ਇਹ ਤਾਂ ਨਹੀਂ ਤੁਹਾਡੇ ਬਿਜ਼ਨਸ ਦੀ ਗੱਲ, ਪਰ ਜੇਕਰ ਤੁਹਾਡੇ ਥੋੜ੍ਹੇ ਜਿਹੇ ਹੁਣ ਕਾਂਗਰਸ ਪਿਛੋਕੜ ਦੀ ਗੱਲ 'ਤੇ ਆਈਏ, ਕਿਉਂਕਿ ਕਾਂਗਰਸ ਪਰਿਵਾਰ ਨਾਲ ਤੁਹਾਡਾ ਬਹੁਤ ਲੰਬਾ ਰਿਸ਼ਤਾ ਰਿਹਾ, NRI ਕੋਆਰਡੀਨੇਟਰ ਵੀ ਰਹੇ ਹੋ। ਕਾਂਗਰਸ ਅੱਜ ਕਿਸ ਦਿਸ਼ਾ ਵਿੱਚ ਜਾ ਰਹੀ ਹੈ ਔਰ ਕੀ ਫਿਊਚਰ ਦੇਖਦੇ ਹੋ? ਪੰਜਾਬ ਦੀ ਗੱਲ ਕਰੀਏ ਜਾਂ ਫਿਰ ਭਾਰਤ ਦੀ ਗੱਲ ਕਰੀਏ, ਕਾਂਗਰਸ ਦਾ ਜਿਹੜਾ ਫੋਕਸ ਹੈਗਾ ਕਿਸ ਤਰ੍ਹਾਂ ਹੈਗਾ, ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ। ਕਾਂਗਰਸ ਦਾ ਜਿਹੜਾ ਇੰਡੀਆ ਦਾ ਫਿਊਚਰ ਹੁਣ ਮੈਨੂੰ ਕੁਝ ਲੱਗ ਰਿਹਾ ਵੀ ਦੇ ਆਰ ਔਨ ਰਾਈਟ ਪਾਥ। ਔਰ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੀਤੀ ਹੈ, ਉਹਦੇ ਨਾਲ ਕਾਫੀ ਕਾਂਗਰਸ ਨੂੰ ਉਸ ਜਿਹੜੇ ਲੋਕਾਂ ਦੀਆਂ ਨਾਲ ਜੁੜਨ ਦਾ ਔਰ ਉਹਨਾਂ ਦੇ ਜਿਹੜੇ ਰੀਅਲ ਇਸ਼ੂ ਸੀ ਉਹਨਾਂ ਨੂੰ ਜਾਣ ਕੇ ਪਤਾ ਕਰਨ ਦਾ ਮੌਕਾ ਮਿਲਿਆ ਜੀ। ਅੱਜ ਤੱਕ ਆਪਣੇ ਇੰਡੀਅਨ ਪੋਲੀਟੀਸ਼ੀਅਨ ਬਣ ਜਾਂਦੇ ਨੇ, ਵੋਟਾਂ ਲੈ ਲੈਂਦੇ ਨੇ, ਪਰ ਪਬਲਿਕ ਦੇ ਰੀਅਲ ਇਸ਼ੂ ਨਾਲ ਨਹੀਂ ਜੁੜਦੇ ਹਨ। ਸੋ ਰਾਹੁਲ ਗਾਂਧੀ ਨੇ ਇੱਕ ਨਵੀਂ ਸੋਚ ਲਿਆਂਦੀ, ਨਵੀਂ ਪਹਿਲ ਕੀਤੀ
ਉਹਦੇ ਨਾਲ ਕਾਂਗਰਸ ਨੂੰ ਹੌਲੀ ਹੌਲੀ ਬੈਨੀਫਿਟ ਹੋ ਰਿਹਾ। ਜਿਸ ਤਰ੍ਹਾਂ ਤੁਸੀਂ ਦੇਖਿਆ ਕਰਨਾਟਕਾ 'ਚ, ਹਾਂਜੀ, ਹਿਮਾਚਲ ਪ੍ਰਦੇਸ਼ 'ਚ, ਇਹਨਾਂ ਨੂੰ ਇਸੇ ਕਰਕੇ ਹੀ ਉਹਦਾ ਬੈਨੀਫਿਟ ਮਿਲਿਆ ਹੈ। ਔਰ ਮੇਰੇ ਖਿਆਲ 24 ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਵਿਲ ਫਾਰਮ ਗੌਰਮੈਂਟ, ਭਾਵੇਂ ਉਹ ਯੂਪੀਏ ਦੇ ਤੌਰ ਤੇ ਹੋਏ, ਯੂਨਾਈਟਿਡ ਫਰੰਟ ਦੇ ਤੌਰ ਤੇ ਹੋਏ, ਜਾਂ ਸਿੰਗਲ ਲਾਰਜੈਸਟ ਪਾਰਟੀ ਹੋਏ। ਸੋ ਉਹ ਕਾਂਗਰਸ ਦੀ ਗੌਰਮੈਂਟ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਨੇ। ਬਿਲਕੁਲ। ਜੇਕਰ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਆਧਾਰ ਸੀਗਾ ਪਹਿਲਾਂ ਬਹੁਤ ਮਜ਼ਬੂਤ ਸੀਗਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਵੀ ਉਹਨਾਂ ਦਾ ਬਹੁਤ ਆਧਾਰ ਮਜ਼ਬੂਤ ਰਿਹਾ, ਪਰ ਅਖੀਰ 'ਚ ਆਉਂਦੇ ਉਹਨਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ। ਫਿਰ ਉਹਨਾਂ ਦੀ ਜਗ੍ਹਾ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਬਣਾਇਆ ਗਿਆ ਪੰਜਾਬ ਦਾ ਮੁੱਖ ਮੰਤਰੀ। ਫਿਰ ਉਹਨਾਂ ਨੂੰ ਉਹ ਜਿਹੜੀ ਹੈਗੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਵਾਗਡੋਰ ਹੈਗੀ ਹੈ ਉਹ ਵੀ ਜ਼ਿਆਦਾ ਆਪਣੇ ਹੱਥਾਂ 'ਚ ਉਸ ਤਰ੍ਹਾਂ ਕੰਟਰੋਲ ਨਹੀਂ ਕਰ ਪਾਏ, ਕਿਉਂਕਿ ਕਾਂਗਰਸ ਦਾ ਅੰਦਰੂਨੀ ਜਿਹੜਾ ਦੋ ਫਾੜ ਜਿਹੜੀ ਹੈਗੀ ਹੈ ਉਹ ਬਹੁਤ ਸਾਰਿਆਂ ਦੇ ਸਾਹਮਣੇ ਆਉਂਦਾ ਰਿਹਾ, ਜਗ ਜ਼ਾਹਰ ਹੁੰਦਾ ਰਿਹਾ। ਕੀ ਇਹੀ ਤੁਸੀਂ ਕਾਰਨ ਸਮਝਦੇ ਹੋ ਕਿ ਕਾਂਗਰਸ ਦੁਬਾਰਾ ਆਪਣੀ ਸੱਤਾ ਬਚਾ ਨਹੀਂ ਪਾਈ? ਜਾਂ ਪੰਜਾਬ 'ਚ ਤੇ ਇਹੋ ਕਾਰਨ ਆ ਜਿਹੜੀ ਇਹਨਾਂ ਦੀ ਇਨ ਫਾਈਟਿੰਗ ਸੀ ਨਾ, ਵਿਦਨ ਪਾਰਟੀ ਫਾਈਟਿੰਗ, ਉਹਦਾ ਕਾਫੀ ਨੁਕਸਾਨ ਹੋਇਆ। ਉਸ ਟਾਈਮ ਮੈਂ ਪੰਜਾਬ 'ਚ ਹਾਂ ਇਲੈਕਸ਼ਨ ਦੇ ਟਾਈਮ 'ਤੇ ਜੀ, ਔਰ ਮੈਂ ਦੇਖਿਆ ਜਦੋਂ ਚੰਨੀ ਦੀ ਗੌਰਮੈਂਟ ਬਣੀ ਆ ਉਹਦੇ ਨਾਲ ਥੋੜ੍ਹਾ ਜਿਹਾ ਇਹਨਾਂ ਨੂੰ ਗ੍ਰਾਫ ਉੱਪਰ ਗਿਆ ਜੀ, ਕਿਉਂਕਿ ਜੋ ਵੀ ਆਪਣਾ ਵੋਟ ਸੀ ਇੱਧਰ ਜਿਹਨਾਂ ਨੂੰ ਕਹਿੰਦੇ ਨੇ ਹਰੀਜਨ ਵੋਟ, ਜਾਂ ਉਹ ਇਹਨਾਂ ਨੂੰ ਕਾਂਗਰਸ ਨੂੰ ਕਾਫੀ ਮਿਲੀ, ਉਹ ਲੋਕੀ ਮਗਰ ਲੱਗੇ। ਪਰ ਜਦੋਂ ਸਿੱਧੂ ਸਾਹਿਬ ਨੇ ਥੋੜ੍ਹਾ ਜਿਹਾ ਆਪਣੀ ਗੌਰਮੈਂਟ ਦੇ ਅਗੇਂਸਟ ਹੀ ਬੈਨਰ ਵੋਟ ਜਿਹੜਾ ਸ਼ੁਰੂ ਕੀਤਾ, ਉਹਦੇ ਨਾਲ ਥੋੜ੍ਹਾ ਜਿਹਾ ਲੋਕੀ ਨਾਲ ਅਪਸੈਟ ਜੇ ਹੋ ਗਏ ਵੀ ਇਹ ਆਪੋ 'ਚ ਹੀ ਲੜੀ ਜਾ ਰਹੇ ਹਨ। ਉਹ ਕਰਦਿਆਂ ਫਿਰ ਹੌਲੀ ਹੌਲੀ ਉਹ ਚੀਜ਼ ਜਿਹੜੀ ਹੈ ਨਾ ਉਹ ਖਤਮ ਹੋ ਗਈ ਤੇ ਕਾਂਗਰਸ ਥੱਲੇ ਆ ਗਿਆ, 18 ਸੀਟਾਂ ਤੇ ਆਣ ਕੇ ਇਹਨਾਂ ਨੂੰ ਸੈੱਟ ਹੋਣਾ ਪਿਆ। ਬਿਲਕੁਲ। ਪਰ ਅੱਜ ਜੇਕਰ ਪੰਜਾਬ ਦੀ ਹਾਲਤ ਦੇਖੀਏ ਤਾਂ ਕਿਸ ਤਰ੍ਹਾਂ ਤੁਸੀਂ ਸਮਝਦੇ ਹੋ ਕਿ ਇਹ ਹਾਲਤ ਹੈਗੀ ਹੈ? ਕਿਉਂਕਿ ਆਮ ਆਦਮੀ ਪਾਰਟੀ ਦੇ ਆਉਣ ਨਾਲ ਕਈ ਲੋਕੀ ਖੁਸ਼ ਵੀ ਨੇ, ਕਈ ਲੋਕੀ ਨਾਰਾਜ਼ ਵੀ ਨੇ, ਕਿਉਂਕਿ ਪਾਰਟੀ ਨਾਲ ਹਮੇਸ਼ਾ ਜਿਹੜਾ ਭਾਰ ਹੈਗਾ 50-50 ਰਹਿੰਦਾ ਹਮੇਸ਼ਾ। ਕੁਝ ਲੋਕੀ ਉਹਨਾਂ ਦੇ ਖਿਲਾਫ ਹੁੰਦੇ ਨੇ, ਕੁਝ ਲੋਕੀ ਉਹਨਾਂ ਦੇ ਨਾਲ ਹੁੰਦੇ ਨੇ। ਪਰ ਐਜ਼ ਅ ਕਾਂਗਰਸ ਪਾਰਟੀ ਦੇ ਹੋਣ ਦੇ ਨਾਤੇ ਤਾਂ ਮੈਂ ਪੁੱਛਾਂਗਾ ਤਾਂ ਤੁਸੀਂ ਫਿਰ ਉਹਨਾਂ ਦੀ ਮੁਖਾਲਫਤ ਕਰੋਗੇ, ਪਰ ਐਜ਼ ਅ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੀ ਤਸਵੀਰ ਨੂੰ ਕੀ ਦੇਖਦੇ ਹੋ? ਮੈਂ ਦੇਖ ਰਿਹਾ ਇਹ ਜਿਹੜੇ ਬਣੀ ਆ, ਜਿਹੜੀ ਆਪਣੀ ਆਪ ਪਾਰਟੀ ਨੂੰ ਮੈਜੋਰਟੀ ਮਿਲੀ ਹੈ ਜਿਹੜੀ 92 MLA ਦੀ, ਇਹ ਕਿਸਮ ਦਾ ਜਿਹੜੇ MLA ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਕਿਸੇ ਬੰਦੇ ਨੂੰ ਵੋਟ ਪਾਈ ਆ। ਉਹਨਾਂ ਨੇ ਸਿਰਫ ਜਿਹੜੀਆਂ ਟਰਡੀਸ਼ਨਲ ਪਾਰਟੀ ਸੀ ਉਹਨਾਂ ਨੂੰ ਰਿਜੈਕਟ ਕੀਤਾ ਔਰ ਇਹਨਾਂ ਨੂੰ ਵੋਟ ਪਾਈ, ਔਰ ਕਿਉਂਕਿ ਥਰਡ ਉਹਨਾਂ ਨੂੰ ਆਲਟਰਨੇਟਿਵ ਮਿਲ ਗਿਆ ਹਨ। ਉਹਦੇ ਕਰਕੇ ਇਹਨਾਂ ਨੂੰ ਇੰਨੀ ਵੱਡੀ ਮੈਜੋਰਟੀ ਮਿਲ ਗਈ ਹੈ। ਔਰ ਉਹਦੇ 'ਚ ਠੀਕ ਹੈ, ਇਹ ਕੋਸ਼ਿਸ਼ ਕਰ ਰਹੇ ਨੇ ਕੰਮ ਕਰਨ ਦੀ, ਪਰ ਰਿਸੋਰਸਿਸ ਜਿਹੜੇ ਨੇ ਉਹ ਨਹੀਂ ਜਨਰੇਟ ਹੋ ਰਹੇ। ਇਸ ਕਰਕੇ ਇਨ ਦਾ ਲੌਂਗ ਰਨ ਆਫਟਰ 2-3 ਇਅਰਸ ਰਨਿੰਗ ਦਾ ਗੌਰਮੈਂਟ, ਇਹ ਇਹਨਾਂ ਦਾ ਇਹਨਾਂ ਨੇ ਪੰਜਾਬ ਦੀ ਇਕਾਨਮੀ ਨੂੰ ਮੇਰਾ ਖਿਆਲ ਹੈ ਬਹੁਤ ਖਰਾਬ ਕਰ ਦੇਣਾ। ਇਟਸ ਨਾਟ ਅ ਬਾਇਸ ਜੀ, ਪਰ ਦਿਸ ਇਜ਼ ਵਾਟ ਆਈ ਸੀ। ਹਾਂਜੀ, ਇਹ ਪੋਪੂਲਰ ਸਕੀਮਾਂ ਤੇ ਚਲਾਈ ਜਾ ਰਹੇ ਨੇ, ਪਰ ਉਹਨੂੰ ਫੰਡਿੰਗ ਕਰਨ ਲਈ ਹੌਲੀ ਹੌਲੀ ਉਸ ਰਿਸੋਰਸ ਜਿਹੜੇ ਡਰਾਈ ਹੋਈ ਜਾਣੇ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਟਾਈਮ ਜ਼ਿਆਦਾ ਤਾਂ ਨਹੀਂ, ਪਰ ਜਿਹੜੀ ਇਹਨਾਂ ਨੇ ਕਲੀਨਿਕ ਸ਼ੁਰੂ ਕੀਤੇ ਨੇ, ਮੁਹੱਲਾ ਕਲੀਨਿਕ, ਹਾਂਜੀ, ਉਹਦਾ ਜਿਹੜੀ ਫੰਡਿੰਗ ਆ ਉਹਦੇ ਇਹਨਾਂ ਕੋਲ ਕੋਈ ਹੈ ਨਹੀਂ। ਉਹ ਸਿਰਫ ਸੈਂਟਰਲ ਗੌਰਮੈਂਟ ਨੇ ਇੱਕ ਹੋਰ ਸਕੀਮ ਲਈ ਪੈਸੇ ਭੇਜੇ ਸੀ, ਉਹ ਉਹਨਾਂ ਡਿਵਰਟ ਕਰਕੇ ਇੱਧਰ ਲਾਤੇ ਜੀ। ਉਹਦੇ ਨਾਲ ਹੁਣ ਉਹ ਡਰਾਈ ਅਪ ਹੋ ਰਿਹਾ ਸਾਰਾ ਸਿਸਟਮ। ਹੁਣ ਉਹ ਜਿਹੜੇ ਮੁਹੱਲਾ ਕਲੀਨਿਕ ਨੇ ਉਹਨਾਂ ਦਾ ਜਿਹੜਾ ਨਾ ਚਾਰਮ ਜਿਹਾ ਲੋਕਾਂ 'ਚ ਖਤਮ ਹੋ ਰਿਹਾ, ਕਿਉਂਕਿ ਉੱਥੇ ਮਿਲ ਨਹੀਂ ਰਿਹਾ ਕੁਛ ਵੀ। ਪਰ ਲੋਕੀ ਤਾਂ ਕਾਫੀ ਤਾਰੀਫ ਵੀ ਕਰ ਰਹੇ ਨੇ। ਜਦੋਂ ਸ਼ੁਰੂ 'ਚ ਹੋਇਆ ਕਾਫੀ ਲੋਕਾਂ ਨੂੰ ਉਹਦਾ ਫਾਇਦਾ ਵੀ ਹੋਇਆ, ਪਰ ਹੁਣ ਉਹ ਚੀਜ਼ ਡਰਾਈ ਅਪ ਹੋ ਰਹੀ ਹੈ। ਉਹ ਉਹਨਾਂ ਮੈਂ ਹੁਣੇ ਆਇਆ ਇੰਡੀਆ ਤੋਂ, ਥੋੜ੍ਹਾ ਚਿਰ ਹੋਇਆ, ਔਰ ਮੈਂ ਅੰਮ੍ਰਿਤਸਰ 1-2 ਕਲੀਨਿਕਾਂ ਦੇ ਏਰੀਏ 'ਚ ਜਾ ਕੇ ਪੁੱਛਿਆ ਵੀ ਆਉਂਦੇ ਨਹੀਂ ਜੀ ਉਹ ਗੱਲ ਨਹੀਂ ਬਣੀ, ਹੈ ਵੀ ਆਮ ਡਿਸਪੈਂਸਰੀ ਵਾਂਗੂ ਹੀ ਹੋ ਗਿਆ ਜਿਸ ਤਰ੍ਹਾਂ ਪਹਿਲਾਂ ਸੀ। ਠੀਕ ਹੈ, ਇਹ ਤਾਂ ਪੰਜਾਬ ਦੀ ਗੱਲ ਰਹੀ। 2024 ਦੀ ਜੇਕਰ ਗੱਲ ਕੀਤੀ ਜਾਏ ਤਾਂ 2024 ਦੀ ਤੁਸੀਂ ਕੀ ਸਮਝਦੇ ਹੋ, ਕੀ ਤਸਵੀਰ ਆਏਗੀ ਸਾਹਮਣੇ ਸੈਂਟਰਲ ਗਵਰਨਮੈਂਟ ਦੀ ਜੇਕਰ ਗੱਲ ਕਰੀਏ? ਕਿਉਂਕਿ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਆਧਾਰ ਹੈਗਾ ਕਾਫੀ ਮਜ਼ਬੂਤੀ ਨਾਲ ਵੱਧ ਰਿਹਾ। ਤੁਸੀਂ ਕਹਿ ਰਹੇ ਹੋ ਕਿ ਭਾਰਤ ਜੋੜੋ ਯਾਤਰਾ ਜਿਹੜੀ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਕਾਫੀ ਉਹਨਾਂ ਨੂੰ ਸਫਲਤਾ ਮਿਲ ਰਹੀ ਹੈ। ਠੀਕ ਹੈ, ਅਗਰ ਤੁਸੀਂ ਸਾਊਥ ਇੰਡੀਆ ਵੱਲ ਦੇਖੋ ਤਾਂ ਉਹਨਾਂ ਨੂੰ ਸਫਲਤਾ ਮਿਲੀ ਵੀ ਹੈਗੀ ਹੈ, ਪਰ ਜੇਕਰ ਆਲ ਓਵਰ ਆਧਾਰ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਕੁਝ ਮਜ਼ਬੂਤੀ ਦੇ ਤੌਰ ਤੇ ਉੱਭਰ ਕੇ ਨਜ਼ਰ ਆਏਗੀ? ਹਾਂ, ਬਿਲਕੁਲ, ਡੈਫੀਨੇਟਲੀ ਕਾਂਗਰਸ ਮਜ਼ਬੂਤੀ ਵੱਲ ਆਏਗੀ। ਔਰ ਜੇ ਇਹ ਦੂਸਰੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ, ਜੇ ਉਹਨਾਂ ਨਾਲ ਬੈਠ ਕੇ ਸ਼ੀਟ ਸ਼ੇਅਰਿੰਗ ਕਰਕੇ ਪ੍ਰੋਪਰ, ਜਿਸ ਤਰ੍ਹਾਂ ਉਹਨਾਂ ਦੇ ਅੱਜ ਕੱਲ੍ਹ ਚੱਲ ਰਹੀ ਹੈ ਉਹਨਾਂ ਦੀ ਵੀ, ਜਿੱਥੇ ਕਾਂਗਰਸ ਮਜ਼ਬੂਤ ਹੈ ਉੱਥੇ ਤੁਸੀਂ ਹੋਵੋ ਖੜੇ, ਜਿੱਥੇ ਅਸੀਂ ਮਜ਼ਬੂਤ ਹਾਂ ਉੱਥੇ ਸਾਨੂੰ ਤੁਸੀਂ ਸਪੋਰਟ ਕਰੋ। ਜੇ ਉਸ ਚੀਜ਼ ਆਉਂਦੇ ਆ ਫਿਰ ਤਾਂ ਡੈਫੀਨੇਟਲੀ ਇਹਨਾਂ ਦੀ ਜਿਹੜੀ ਯੂਨਾਈਟਿਡ ਫਰੰਟ ਜੋ ਵੀ ਇਹਨਾਂ ਦਾ ਹੋਏਗਾ ਉਹ ਗੌਰਮੈਂਟ ਬਣੇਗੀ, ਜਿਹਦੇ 'ਚ ਕਾਂਗਰਸ ਮੇਜਰ ਪਾਰਟੀ ਹੋਏਗੀ। ਕਾਂਗਰਸ ਦੇ ਚਾਂਸਸ ਹੈਗੇ ਨੇ ਇਸ ਵਕਤ ਜਿਹੜੇ ਨੇ
200 ਸੀਟ ਦੇ ਲਗਭਗ ਸੀਟ ਜਿੱਤ ਰਹੀ ਹੈ 2024 ਚ 202 ਲੱਗਦਾ ਕਿ ਸੀਟਾਂ ਹੁਣ ਵੀ ਮਤਲਬ ਇਸ ਵਕਤ ਦਿਸ ਟਾਈਮ ਜੀ ਹੋ ਸਕਦਾ ਉਦੋਂ ਤੱਕ ਫੇਕ ਗ੍ਰਾਫ ਉੱਪਰ ਥੱਲੇ ਹੋ ਜਾਏ ਹਾਂਜੀ ਉੱਪਰ ਵੀ ਜਾ ਸਕਦਾ ਹੈ ਜੀ ਤੇ ਪਰ ਇਸ ਵਕਤ ਮੇਜਰ ਪਾਰਟੀ ਬਣ ਕੇ ਆ ਰਹੀ ਹੈ ਔਰ ਉਹਦਾ ਜਿਹੜੀ ਸੀਟ ਕਾਂਗਰਸ ਲੈ ਰਹੀ ਉਹ ਸਾਰਾ ਨੁਕਸਾਨ ਬੀਜੇਪੀ ਨੂੰ ਹੋ ਰਿਹਾ ਬਾਕੀ ਬੀਜੇਪੀ ਕੋਲ ਰਿਸੋਰਸਸ ਬਹੁਤ ਨੇ ਵਿਦ ਨੋ ਡਾਊਟ ਮਨ ਪੈਸਾ ਬਹੁਤ ਆ ਸਾਰਾ ਕੁਝ ਉਹਨਾਂ ਦੇ ਮੀਡੀਆ ਉਹਨਾਂ ਦੇ ਕੰਟਰੋਲ 'ਚ ਆ ਜਿਹਨੂੰ ਗੋਦੀ ਮੀਡੀਆ ਵੀ ਕਹਿ ਦਿੰਦੇ ਇੰਡੀਆ 'ਚ ਸੋ ਉਹਦਾ ਕਾਫੀ ਇਫੈਕਟ ਵੀ ਪੈਣ ਦੇ ਚਾਂਸਸ ਹੈਗੇ ਨੇ ਕਿਉਂਕਿ ਉਹ ਵੀ ਆਪਣੀ ਪੂਰੀ ਲੜਾਈ ਕਰਨਗੇ ਬਿਲਕੁਲ ਠੀਕ ਹੈ ਪਰ ਜੇਕਰ ਦੋ ਨਾਂ ਤੁਹਾਡੇ ਸਾਹਮਣੇ ਰੱਖੇ ਜਾਣ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਦੋਨਾਂ ਨਾਵਾਂ 'ਚੋਂ ਕਿਸ ਤੇ ਆਪਣੀ ਮੁਹਰ ਲਗਾਓਗੇ ਤੁਸੀਂ ਮੈਂ ਜਿਹੜਾ ਜੋ ਕਿ ਬਹੁਤ ਮਜ਼ਬੂਤੀ ਨਾਲ ਅੱਗੇ ਕਾਂਗਰਸ ਨੂੰ ਜੋੜਨ ਦੀ ਸਮਰੱਥਾ ਰੱਖਦਾ ਪ੍ਰਿਯੰਕਾ ਗਾਂਧੀ ਨੇ ਕਰਨਾਟਕਾ ਦੇ ਵਿੱਚ ਕਾਫੀ ਔਰ ਹਿਮਾਚਲ ਪ੍ਰਦੇਸ਼ ਪਹਿਲਾਂ ਉਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਜੇ ਜਿੱਤਣ 'ਚ ਪ੍ਰਿਯੰਕਾ ਗਾਂਧੀ ਦਾ ਬਹੁਤ ਵੱਡਾ ਰੋਲ ਜੀ ਪਰ ਸਾਈਮਲਟੇਨੀਅਸ ਹੀ ਰਾਹੁਲ ਗਾਂਧੀ ਉਦੋਂ ਯਾਤਰਾ ਕਰ ਰਹੇ ਸੀ ਔਰ ਉਹਨਾਂ ਦੇ ਵੀ ਉਹ ਬਹੁਤ ਇਫੈਕਟ ਪਿਆ ਜੀ ਕਰਨਾਟਕਾ 'ਚ ਇਹਨਾਂ ਦੋਵਾਂ ਨੇ ਕਾਫੀ ਜ਼ੋਰ ਲਾਇਆ ਜਿੱਥੇ ਜਿੱਥੇ ਰਾਹੁਲ ਗਾਂਧੀ ਦੀ ਯਾਤਰਾ ਲੰਘੀ ਉੱਥੋਂ ਸੀਟਾਂ ਬਹੁਤ ਜ਼ਿਆਦਾ ਕਾਂਗਰਸ ਨੇ ਜਿੱਤੀਆਂ ਔਰ ਪ੍ਰਿਯੰਕਾ ਗਾਂਧੀ ਜਿੱਥੇ ਤੇ ਰੈਲੀਆਂ ਕੀਤੀਆਂ ਉੱਥੋਂ ਵੀ ਕਾਂਗਰਸ ਨੂੰ ਸਫਲਤਾ ਮਿਲੀ ਸੋ ਮੈਂ ਇਹਨਾਂ ਨੂੰ ਇਸ ਵਕਤ ਬਰਾਬਰ ਦਾ ਕਹਾਂਗਾ ਵੀ ਬਰਾਬਰ ਚੱਲ ਰਿਹਾ ਪਰ ਪ੍ਰਿਯੰਕਾ ਗਾਂਧੀ ਦੀ ਪਪੂਲੈਰਿਟੀ ਆਮ ਜਿਹੜੇ ਲੇਡੀਜ਼ ਕਹਿ ਲਓ ਫੀਮੇਲ ਵੋਟਰਸ ਉਹਨਾਂ 'ਚ ਬਹੁਤ ਜ਼ਿਆਦਾ ਪਰ ਰਾਹੁਲ ਗਾਂਧੀ ਨੂੰ ਤੁਹਾਨੂੰ ਲੱਗਦਾ ਹੈ ਕਿ ਜੇਕਰ ਕਦੀ ਉਹਨਾਂ ਦੀ ਸਰਕਾਰ ਬਣਦੀ ਹੈ ਐਸਾ ਸਮਾਂ ਆਉਂਦਾ ਤਾਂ ਕੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਲੋਕੀ ਦੇਖਣਾ ਚਾਹਣਗੇ ਹਾਂ ਪਰ ਚਾਹੁੰਦੇ ਨੇ ਲੋਕੀ ਮੈਂ ਮੀਡੀਆ ਦੇ ਪੜ੍ਹਿਆ ਲੋਕੀ ਚਾਹੁੰਦੇ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਖਣਾ ਪਰ ਮੇਰਾ ਜਿਹੜਾ ਪਰਸਨਲ ਵਿਊ ਆ ਰਾਹੁਲ ਗਾਂਧੀ ਵੀ ਸੋਨੀਆ ਗਾਂਧੀ ਜੀ ਵਾਂਗੂ ਸੈਕਰੀਫਾਈਸ ਕਰਕੇ ਕਿਸੇ ਹੋਰ ਬੰਦੇ ਨੂੰ ਅੱਗੇ ਲਿਆ ਕੇ ਹਾਂਜੀ ਤੇ ਆਪਣਾ ਚਾਹਣਗੇ ਵੀ ਕੋਈ ਚੰਗਾ ਇਕਨੋਮਿਸਟ ਜਾਂ ਪਪੂਲਰ ਲੀਡਰ ਜਿਹੜਾ ਕਿ ਇਸ ਕੰਟਰੀ ਨੂੰ ਬੜੇ ਚੰਗੀ ਡਾਇਰੈਕਸ਼ਨ 'ਚ ਲੈ ਕੇ ਜਾ ਸਕੇ ਹਾਂਜੀ ਉਹ ਕੋਸ਼ਿਸ਼ ਕਰਨਗੇ ਆਪ ਪਿੱਛੇ ਹੋ ਕੇ ਨਾਲ ਸਪੋਰਟ ਕਰਨਗੇ ਪਰ ਸੋਨੀਆ ਗਾਂਧੀ ਨੇ ਜਦੋਂ ਆਪਣਾ ਅਹੁਦਾ ਛੱਡਿਆ ਸੀਗਾ ਪ੍ਰਧਾਨ ਮੰਤਰੀ ਜਦੋਂ ਬਣਨਾ ਚਾਹੁੰਦੇ ਸੀਗੇ ਔਰ ਨਹੀਂ ਬਣੇ ਸੀ ਤਾਂ ਉਸ ਪਾਸੇ ਕਾਰਨ ਕੁਝ ਹੋਰ ਸੀਗੇ ਕਿਉਂਕਿ ਲੋਕੀ ਉਹਨਾਂ ਨੂੰ ਭਾਰਤੀ ਨਹੀਂ ਸਮਝਦੇ ਸੀ ਇਸ ਕਰਕੇ ਉਹਨਾਂ ਨੇ ਆਪਣੀ ਕੁਰਸੀ ਛੱਡੀ ਸੀਗੀ ਤੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਅੱਗੇ ਕੀਤਾ ਸੀ ਪਰ ਰਾਹੁਲ ਗਾਂਧੀ ਨਾਲ ਐਸਾ ਕਿਉਂ ਤੁਹਾਨੂੰ ਲੱਗ ਰਿਹਾ ਕਿ ਐਸਾ ਹੋਏਗਾ ਮੈਨੂੰ ਲੱਗਦਾ ਰਾਹੁਲ ਗਾਂਧੀ ਦੀ ਆਪਣੀ ਸੋਚ ਹੈ ਪਰ ਜੇ ਕਾਂਗਰਸ ਸੋਲਿਡ ਮੈਜੋਰਟੀ ਲੈ ਜਾਂਦੀ ਹੈ ਐਬਸੋਲੂਟ ਮੈਜੋਰਟੀ ਲੈ ਜਾਂਦੀ ਹੈ ਫਿਰ ਰਾਹੁਲ ਗਾਂਧੀ ਦੇ ਚਾਂਸਸ ਹੈ ਪਰ ਸੋਲਿਡ ਮਜ਼ਬੂਤੀ ਆਏਗੀ ਕਿਵੇਂ ਕਿਉਂਕਿ ਰਾਹੁਲ ਗਾਂਧੀ ਜੋ ਕਰ ਰਹੇ ਨੇ ਪਰ ਫਿਰ ਵੀ ਕਾਂਗਰਸ ਦਾ ਆਧਾਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਜ਼ਬੂਤੀ ਨਾਲ ਆਏਗੀ ਔਰ 200 ਸੀਟਾਂ ਤੱਕ ਲੈ ਕੇ ਜਾ ਸਕਦੀ ਹੈ ਅੱਜ ਦੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਕੀ ਕੁਝ ਕਰਨਾ ਪਏਗਾ ਕਿਉਂਕਿ ਕਾਂਗਰਸ ਦੇ ਅੰਦਰ ਵੀ ਜਿਹੜੀ ਹੈਗੀ ਹੈ ਖਿੱਚੋਤਾਣ ਬਹੁਤ ਜ਼ਿਆਦਾ ਹੈਗੀ ਹੈ ਹਰ ਕੋਈ ਆਪਣੇ ਆਪ ਨੂੰ ਇੱਕ ਉੱਚ ਅਹੁਦੇ ਤੇ ਦੇਖਣਾ ਚਾਹੁੰਦਾ ਹੈ ਜਦਕਿ ਦੂਜੇ ਪਾਸੇ ਭਾਜਪਾ ਨੂੰ ਦੇਖਿਆ ਜਾਏ ਭਾਜਪਾ ਦੇ ਹੱਥ ਜਦੋਂ ਇੱਥੇ ਅਮਿਤ ਸ਼ਾਹ ਹੈਗੇ ਨੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਗੇ ਇਹਨਾਂ ਨੇ ਇੱਕ ਪਾਰਟੀ ਨੂੰ ਬੜੀ ਮਜ਼ਬੂਤੀ ਦੇ ਤੌਰ ਤੇ ਫੜਿਆ ਹੋਇਆ ਤਾਂ ਕਿ ਕੋਈ ਵੀ ਅੰਦਰੂਨੀ ਜਿਹੜੀ ਲੜਾਈ ਹੈ ਉਹ ਬਾਹਰ ਨਾ ਆਏ ਕਾਂਗਰਸ ਦੀ ਅੰਦਰੂਨੀ ਲੜਾਈਆਂ ਜਿਹੜੀਆਂ ਨੇ ਲਗਾਤਾਰ ਬਾਹਰ ਆਉਂਦੀਆਂ ਰਹਿੰਦੀਆਂ ਵੇਖੋ ਜੀ ਜਦੋਂ ਜਿਹੜੀ ਪਾਰਟੀ ਆਪੋਜੀਸ਼ਨ 'ਚ ਹੁੰਦੀ ਹੈ ਨਾ ਜਿਹਦੇ ਕੋਲ ਗੌਰਮੈਂਟ ਨਹੀਂ ਗਈ ਉਹਨਾਂ ਦਾ ਇਹੋ ਹੀ ਹਾਲ ਹੁੰਦਾ ਬੀਜੇਪੀ ਦੇ ਕੋਲ ਗੌਰਮੈਂਟ ਆ ਬੜਾ ਸਟਰੋਂਗ ਹੋਲਡ ਆ ਅਮਿਤ ਸ਼ਾਹ ਦਾ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਜੀ ਦਾ ਹਾਂਜੀ ਔਰ ਉਹਦੇ ਤੋਂ ਸਾਰੇ ਡਰਦੇ ਆ ਜੇ ਭਲਕ ਨੂੰ ਇਹ ਚੀਜ਼ ਨਹੀਂ ਨਾ ਹੈਗੀ ਤੇ ਉੱਥੇ ਵੀ ਇਹੋ ਕੁਛ ਹੀ ਚੱਲਣਾ ਹਾਂਜੀ ਉੱਥੇ ਹੋਣਾ ਸੋ ਇਸ ਕਰਕੇ ਹੁਣ ਇੱਕ ਜਿਹੜੀ ਵੱਡੀ ਕਾਂਗਰਸ ਨੂੰ ਸੈੱਟ ਬੈਕ ਸੀ ਗਾਂਧੀ ਫੈਮਿਲੀ ਆਪੋਜੀਸ਼ਨ ਮੋਦੀ ਸਾਰੇ ਇਹੋ ਅਟੈਕ ਕਰਦੇ ਜੀ ਤੇ ਇਹੋ ਚਲਾ ਰਹੇ ਨੇ ਜੀ ਹੋਰ ਕੁਛ ਨਹੀਂ ਹੈ ਤੇ ਜਿਹਨੂੰ ਹੋਰ ਕੋਈ ਬੰਦਾ ਕਿਉਂ ਨਹੀਂ ਆ ਰਿਹਾ ਇਹਨਾਂ ਨੇ ਉਹ ਇਸ਼ੂ ਨੂੰ ਸੈੱਟ ਅਸਾਈਡ ਕਰਕੇ ਸਾਈਡ ਤੇ ਰੱਖ ਦਿੱਤਾ ਖੜਗੇ ਹੋਰਾਂ ਨੂੰ ਅੱਗੇ ਲਿਆ ਗਏ ਔਰ ਖੜਗੇ ਦਾ ਮੈਨੇਜਮੈਂਟ ਸਟਾਈਲ ਜਿਹੜਾ ਟੋਟਲੀ ਡਿਫਰੈਂਟ ਹੈ ਉਹ ਬੜੇ ਤਰੀਕੇ ਨਾਲ ਸਾਰਿਆਂ ਨੂੰ ਨਾ ਮਿਲ ਕੇ ਔਰ ਪਾਰਟੀ ਨੂੰ ਵੀ ਸਟਰੋਂਗ ਕਰ ਰਹੇ ਨੇ ਉਹਦੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਚੇਂਜ ਕੀਤੀਆਂ ਨੇ ਉਹਦੇ ਨਾਲ ਮੈਨੂੰ ਲੱਗਦਾ ਵੀ ਕਾਂਗਰਸ ਦਾ ਜਿਹੜਾ ਲੋਕਾਂ ਦੇ ਵਿੱਚ ਇਮੇਜ ਜਿਹੜਾ ਠੀਕ ਹੋ ਰਿਹਾ ਚਲੋ ਠੀਕ ਹੈ ਇਹ ਤਾਂ ਕਾਂਗਰਸ ਦੀ ਗੱਲ ਰਹੀ ਤੇ ਹੁਣ ਦੁਬਾਰਾ ਅਸੀਂ ਅਮਰੀਕਾ ਤੇ ਆ ਜਾਂਦੇ ਹਾਂ ਅਮਰੀਕਾ ਦੀ ਗੱਲ ਜੇਕਰ ਅਸੀਂ ਕਰਦੇ ਹਾਂ ਕਿ ਜਦੋਂ ਅਸੀਂ ਸਾਡੇ ਇੱਥੇ NRI ਭਰਾਵਾਂ ਨੂੰ ਦੇਖਦੇ ਹਾਂ ਕਿ ਉਹਨਾਂ ਨੇ ਤਰੱਕੀਆਂ ਬਹੁਤ ਵਧੀਆ ਕੀਤੀਆਂ ਨੇ ਔਰ US ਵਿੱਚ ਵੀ ਤਕਰੀਬਨ ਦੀ ਇਕਨੋਮੀ ਦੀ ਜੇਕਰ ਗੱਲ ਕਰੀਏ ਤਾਂ ਪੰਜਾਬੀ ਭਰਾਵਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਅਲੱਗ-ਅਲੱਗ ਖਿੱਤੇ ਦੇ ਜ਼ਰੀਏ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਸਾਡਾ ਯੂਥ ਹੈ ਕਿਉਂਕਿ ਇੰਡੀਅਨ NRI ਭਰਾਵਾਂ ਦੀ ਗੱਲ ਕਰ ਸਿਰਫ ਪੰਜਾਬੀ ਭਰਾਵਾਂ ਦੀ ਨਹੀਂ ਗੱਲ ਕਰਾਂ ਇੰਡੀਅਨ ਭਰਾਵਾਂ ਦੀ ਵੀ ਗੱਲ ਕਰਾਂਗਾ NRI ਭਰਾਵਾਂ ਦੀ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਸਾਡਾ ਇੰਡੀਆ ਦਾ ਯੂਥ ਹੈ ਉਹ ਚਾਹੁੰਦਾ ਹੈ ਕਿ ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਕੈਨੇਡਾ UK ਆਸਟ੍ਰੇਲੀਆ ਵਰਗੀਆਂ ਥਾਵਾਂ ਤੇ ਜਾ ਕੇ ਸੈਟਲ ਆਪਣੇ ਆਪ ਨੂੰ ਕਰੀਏ ਆਪਣੀਆਂ ਫੈਮਲੀਜ਼ ਨੂੰ ਸੈਟਲ ਕਰੀਏ ਪਰ ਉਸ ਦੇ ਚੱਕਰ ਵਿੱਚ ਬੱਚੇ ਇਹ ਭੁੱਲ ਜਾਂਦੇ ਨੇ ਨੌਜਵਾਨ ਇਹ ਭੁੱਲ ਜਾਂਦੇ ਨੇ ਕਿ ਅਸੀਂ ਸਹੀ ਤਰੀਕੇ ਨਾਲ ਪਹੁੰਚਣਾ
ਕਿਉਂਕਿ ਸਹੀ ਤਰੀਕੇ ਨਾਲ ਜਦੋਂ ਉਹਨਾਂ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਤਾਂ ਫਿਰ ਉਹ ਇਲੀਗਲ ਤਰੀਕੇ ਨਾਲ ਵੀ 40 ਲੱਖ 50 ਲੱਖ ਰੁਪਏ ਖਰਚ ਕਰਕੇ ਵੀ ਅਮਰੀਕਾ ਤੇ ਵਿਦੇਸ਼ਾਂ ਧਰਤੀ ਤੇ ਆ ਕੇ ਸੈਟਲ ਹੋਣਾ ਚਾਹਤੇ ਹੈ। ਕੀ ਲੱਗਦਾ ਤੁਹਾਨੂੰ ਕਿ ਵਾਕਈ ਉਹਨਾਂ ਦੀ ਜਿਹੜੀ ਇਹ ਸੋਚ ਹੈ ਸਹੀ ਹੈ ਕਿ ਇੱਥੇ ਡਾਲਰ ਪਾਉਂਡ ਨੇ ਜਿਹੜੇ ਪੇੜਾਂ ਤੇ ਲੱਗੇ ਹੋਏ ਨੇ, ਅਸੀਂ ਜਾਵਾਂਗੇ ਤੋੜ ਲਾਂਗੇ ਤੇ ਅਸੀਂ ਰਾਤੋਂ ਰਾਤ ਅਮੀਰ ਬਣ ਜਾਾਂਗੇ? ਇੰਨਾ ਸੌਖਾ ਹੈ ਇੱਥੇ ਅਮੀਰ ਬਣਨਾ? ਨਹੀਂ, ਇੰਨਾ ਸੌਖਾ ਤਾਂ ਨਹੀਂਗਾ। ਜਦੋਂ ਅਸੀਂ ਵੀ ਆਏ ਹਾਂ, ਹਾਲਾਂ ਅਸੀਂ ਲੀਗਲ ਤਰੀਕੇ ਨਾਲ ਆਏ ਹਾਂ, ਗ੍ਰੀਨ ਕਾਰਡ ਆਪਣਾ ਇੰਡੀਆ ਤੋਂ ਲੈ ਕੇ ਤੁਰੇ ਹਾਂ ਜੀ, ਪਰ ਫਿਰ ਵੀ ਆਣ ਕੇ ਇਨੀਸ਼ੀਅਲੀ 4-5 ਸਾਲ 6 ਸਾਲ ਅਸੀਂ ਜਾਬਾਂ ਕੀਤੀਆਂ ਜੀ। ਹਾਂਜੀ, ਰਾਤ ਵੀ ਜਾਬਾਂ ਮੈਂ ਕਰਦਾ ਰਿਹਾ ਜੀ, 16 ਘੰਟੇ ਵੀ ਜਾਬਾਂ ਕੀਤੀਆਂ ਨੇ। ਹਾਂਜੀ, ਸੋ ਮਿਹਨਤ ਤੇ ਕਰਨੀ ਪੈਂਦੀ ਇਹਨਾਂ ਕੰਟਰੀਆਂ 'ਚ ਜੀ। ਹਾਂ, ਤੁਸੀਂ ਮਿਹਨਤ ਕਰੋ, ਜੇ ਤੁਹਾਡੇ ਕੋਲ ਪ੍ਰੋਪਰ ਐਜੂਕੇਸ਼ਨ ਹੈਗੀ ਆ, ਤੁਸੀਂ ਆਪਣੇ ਆਪ ਨੂੰ ਆਰਗੇਨਾਈਜ਼ ਤਰੀਕੇ ਨਾਲ ਚੱਲਦੇ ਹੋ, ਹਾਂਜੀ, ਚੰਗੇ ਸਿਟੀਜ਼ਨ ਬਣ ਕੇ ਚੱਲਦੇ ਹੋ, ਦੈਨ ਸਕਾਈ ਇਜ਼ ਦ ਲਿਮਿਟ। ਹਾਂਜੀ, ਸੋ ਇਸ ਕਰਕੇ ਪਰ ਮਿਹਨਤ ਕਰਨੀ ਪੈਂਦੀ, ਦਰਖਤਾਂ ਤੇ ਪੈਸੇ ਲੱਗਣ ਵਾਲੀ ਗੱਲ ਨਹੀਂ। ਪਰ ਇਲੀਗਲ ਤਰੀਕੇ ਨਾਲ ਜਿਹੜਾ ਬੱਚਾ ਇੱਥੇ ਆਂਦਾ ਹੈ, ਕੋਈ ਨੌਜਵਾਨ ਆਂਦਾ ਹੈ, ਉਹਦਾ ਫਿਊਚਰ ਕੀ ਤੁਸੀਂ ਦੇਖਦੇ ਹੋ? ਕਿਉਂਕਿ ਲੋਕ ਫਿਰ ਅਸਾਈਲਮ ਦਾ ਕੇਸ ਵੀ ਲਗਾ ਲੈਂਦੇ ਨੇ ਜਾਂ ਹੋਰ ਵੀ ਕਈ ਤਰੀਕੇ ਦੇ ਇੱਥੇ ਪ੍ਰਣਾਲੀ, ਵੀਜ਼ਾ ਪ੍ਰਣਾਲੀ ਹੈਗੀ ਜਿਸ ਵਿੱਚ ਉਹ ਵੜ ਕੇ ਆਪਣੇ ਆਪ ਨੂੰ ਠੀਕ ਹੈ ਸੈਟਲ ਕਰ ਲੈਂਦੇ ਨੇ। ਪਰ ਕੀ ਉਹ ਤਰੀਕਾ ਸਹੀ ਹੈ? ਕਿਉਂਕਿ ਬਹੁਤ ਸਾਰੇ ਐਸੇ ਵੀ ਅਸੀਂ ਕੇਸਿਸ ਦੇਖੇ ਨੇ ਜੋ ਕਿ ਜਦੋਂ ਵੱਖ-ਵੱਖ ਬਾਰਡਰਾਂ ਦਾ ਜ਼ਰੀਏ ਇੱਥੇ ਪਹੁੰਚਦੇ ਨੇ, ਉਹ ਵਿਚਕਾਰ ਹੀ ਅੱਧ ਵਿਚਾਲੇ ਹੀ ਆਪਣੀ ਜ਼ਿੰਦਗੀ ਹਾਰ ਜਾਂਦੇ ਨੇ ਔਰ ਪਹੁੰਚ ਨਹੀਂ ਪਾਉਂਦੇ ਅਮਰੀਕਾ ਦੀ ਧਰਤੀ ਤੇ। ਹਾਂ, ਨਹੀਂ ਹੋ ਰਿਹਾ, ਜਿਹੜੇ ਜਿਹਨਾਂ ਨੂੰ ਡੰਕੀ ਲਾ ਕੇ ਕਹਿੰਦੇ ਆਉਂਦੇ ਨੇ, ਹਾਂਜੀ, ਕਾਫੀ ਵਿਚਾਰੇ ਪਿੱਛੇ ਜੰਗਲਾਂ 'ਚ ਜਾਂ ਕਿਤੇ ਰਸਤੇ 'ਚ ਆਉਂਦੇ ਆ, ਜਿਹਨੂੰ ਉਹ ਡੈਥ ਵਗੈਰਾ ਉਹਨਾਂ ਦੀਆਂ ਹੋ ਜਾਂਦੀਆਂ ਨੇ। ਪਰ ਇੱਥੇ ਪਹੁੰਚ ਕੇ ਲੋਕਾਂ ਜਿਹੜੇ ਮਿਹਨਤ ਕਰੀ ਜਾਂਦੇ ਨੇ ਫਿਰ ਵੀ ਉਹ ਅੱਗੇ ਨਿਕਲੀ ਜਾਂਦੇ ਨੇ, ਭਾਵੇਂ ਉਹ ਇਲੀਗਲ ਨੇ। ਕਈ ਇੱਥੇ ਮੈਂ ਐਗਜ਼ਾਮਪਲਾਂ ਹੈਗੀਆਂ, ਮੁੰਡਿਆਂ ਨੇ ਆਏ ਨੇ, ਟਰੱਕ ਡਰਾਈਵਰ ਬਣ ਕੇ, ਹੌਲੀ ਹੌਲੀ ਮਿਹਨਤ ਕਰਕੇ ਪੈਸੇ ਜੋੜ ਕੇ ਆਪਣਾ ਟਰੱਕ ਲੈ ਲਿਆ, ਇੱਕ ਬਣਾ ਲਿਆ, 2-4 ਬਣਾ ਲਏ। ਹਾਂਜੀ, ਸੋ ਉਹ ਇਸ ਤਰ੍ਹਾਂ ਦੇ ਕਈ ਐਗਜ਼ਾਮਪਲਾਂ ਹੈਗੀਆਂ ਨੇ। ਹਾਂਜੀ, ਤੇ ਪਰ ਇਹ ਆ ਵੀ ਪ੍ਰੋਸੈਸ ਇਜ਼ ਲੌਂਗ। ਤੁਸੀਂ ਜਿੰਨਾ ਚਿਰ ਲੀਗਲ ਸਿਸਟਮ ਦੇ ਵਿੱਚ ਨਹੀਂ ਨਾ ਆਉਂਦੇ, ਉਹਨਾਂ ਚਿਰ ਤੁਹਾਨੂੰ ਜਿਹੜੀਆਂ ਅਪਰਚੁਨਿਟੀ ਨੇ ਬੜੀਆਂ ਲਿਮਟਿਡ ਜੀਆਂ ਰਹਿ ਜਾਂਦੀਆਂ ਨੇ। ਹਾਂਜੀ, ਸੋ ਉਹਦੇ ਕਰਕੇ ਉਹਦਾ ਹਾਂ ਨੁਕਸਾਨ ਤਾਂ ਹੈ ਉਹਦਾ। ਪਰ ਸਾਡੀ ਇੱਥੇ ਕਮਿਊਨਿਟੀ ਦੀ ਗੱਲ ਕਰੀਏ, ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ, ਕਿੰਨੀ ਕੁ ਤੁਹਾਨੂੰ ਇਕਜੁੱਟ ਵਿਖਾਈ ਦਿੰਦੀ ਹੈ? ਕੀ ਇਕਜੁੱਟ ਹੈਗੇ ਅਸੀਂ ਅਮਰੀਕਾ ਦੀ ਧਰਤੀ ਤੇ, ਕੈਨੇਡਾ ਦੀ ਧਰਤੀ ਤੇ, UK, ਆਸਟ੍ਰੇਲੀਆ ਧਰਤੀ ਤੇ? ਨਹੀਂ, ਇਕਜੁੱਟ ਤਾਂ ਨਹੀਂ। ਜਿਸ ਤਰ੍ਹਾਂ ਮੈਂ ਡੀਲ ਕਰ ਰਿਹਾ ਪਿਛਲੇ 40 ਸਾਲ ਤੋਂ ਜੀ ਕਮਿਊਨਿਟੀ ਨਾਲ, ਇਕਜੁੱਟਤਾ ਵਾਲੀ ਤਾਂ ਨਹੀਂ ਕੋਈ ਹੈਗੀ। ਹਰ ਬੰਦਾ, ਬਹੁਤੇ ਜਿਹੜੇ ਮੈਜੋਰਟੀ ਨੇ ਉਹ ਸੈਲਫਿਸ਼ ਟਾਈਪ ਆਪਣਾ ਕਰਦੇ ਨੇ, ਪਰ ਫਿਰ ਵੀ ਓਵਰਆਲ ਵੀ ਆਰ ਡੂਇੰਗ ਗੁੱਡ ਐਜ਼ ਅ ਪੰਜਾਬੀ। ਪਰ ਅੱਜ ਥਾਂ ਤੇ ਜਿਹੜੇ ਨਵੇਂ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋ ਰਹੇ ਨੇ, ਠੀਕ ਹੈ, ਗੁਰਦੁਆਰਾ ਸਾਹਿਬ ਖੁੱਲ੍ਹਣੇ ਚਾਹੀਦੇ ਹੈ, ਗੁਰੂ ਘਰ ਦੀ ਗੱਲ ਹੀ ਹੁੰਦੀ ਹੈ, ਗੁਰਬਾਣੀ ਦਾ ਵੀ ਪ੍ਰਸਾਰ ਹੁੰਦਾ, ਪਰ ਕੀ ਵਾਕਈ ਸਾਨੂੰ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਜ਼ਰੂਰਤ ਹੈ ਜਿਹੜੇ ਕਿ ਥੋੜ੍ਹੀ ਦੂਰ 'ਤੇ ਹੀ ਨਵੇਂ ਗੁਰਦੁਆਰਾ ਸਾਹਿਬ ਖੁੱਲ੍ਹ ਜਾਂਦੇ ਨੇ? ਹਾਂ, ਨਹੀਂ, ਉਹਦੇ ਨਾਲੋਂ ਜੇ ਤੁਸੀਂ ਆਪਣਾ ਸੈਂਟਰਲ ਪਲੇਸਿਸ ਬਣਾ ਲਓ, ਚਲੋ ਆਪਣਾ ਇੱਥੇ ਕੈਲੀਫੋਰਨੀਆ ਜਾਂ US 'ਚ ਟਰੈਵਲ ਡਿਸਟੈਂਸ ਬਹੁਤ ਜ਼ਿਆਦਾ, ਲੋਕੀ ਦੂਰ ਰਹਿੰਦੇ ਨੇ, ਕੈਨੇਡਾ ਵਗੈਰਾ, ਇੰਗਲੈਂਡ ਨੇੜੇ ਰਹਿੰਦੇ ਨੇ। ਇੱਥੇ ਜੇ ਤੁਸੀਂ ਵੱਡੇ ਥੋੜ੍ਹੀ ਜਗ੍ਹਾ 'ਤੇ ਸੈਂਟਰਲ ਇੰਸਟੀਟਿਊਸ਼ਨ ਬਣਾ ਲਓ, ਉਹਦੇ 'ਚ ਬੱਚਿਆਂ ਨੂੰ ਆਪਣੀ ਪੰਜਾਬੀ ਲੈਂਗੁਏਜ ਦੀ ਐਜੂਕੇਸ਼ਨ ਤੇ ਉਸ ਪਾਸੇ ਲਗਾਓ ਆਪਣੇ ਰਿਸੋਰਸ, ਤੇ ਉਹਦਾ ਫਾਇਦਾ ਹੋ ਸਕਦਾ। ਹਾਂ, ਇਹਦਾ ਮਤਲਬ ਵੀ ਇੰਨਾ ਫਾਇਦਾ ਨਹੀਂਗਾ। ਕਈ ਵਾਰੀ ਉਹ ਆਪਣੀ ਈਗੋ ਨੂੰ ਸੈਟਿਸਫਾਈ ਕਰਨ ਲਈ ਨਵਾਂ ਗੁਰਦੁਆਰਾ ਬਣਾਇਆ ਜਾ ਰਿਹਾ। ਪਰ ਇਹਦੇ ਨਾਲ ਹੀ ਮੈਂ ਕਹਾਂਗਾ ਵੀ ਆਪਾਂ ਨੂੰ ਜਿਹੜਾ ਅਮਰੀਕਨ ਪੋਲੀਟਿਕਸ ਸਿਸਟਮ ਹੈ ਉਹਦੇ 'ਚ ਜ਼ਰੂਰ ਇਨਵੋਲਵ ਹੋਣਾ ਚਾਹੀਦਾ। ਬਿਲਕੁਲ, ਮੈਂ ਇੱਥੇ ਹੀ ਆਉਣਾ ਚਾਹਾਂਗਾ ਕਿਉਂਕਿ ਆਖਰੀ ਸਵਾਲ ਮੇਰਾ ਇਹੀ ਹੋਏਗਾ ਕਿ ਅਸੀਂ ਜਦੋਂ ਅਮਰੀਕਾ ਦੇ ਜਿਹੜੇ ਗੁਆਂਢੀ ਮੁਲਕ ਕੈਨੇਡਾ ਵੱਲ ਨਜ਼ਰ ਮਾਰਦੇ ਹਾਂ ਤਾਂ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਭਰਾ ਹੈਗੇ ਨੇ ਜਾਂ ਇੰਡੀਅਨ ਲੋਕ ਹੈਗੇ ਨੇ, ਉਹ ਪਾਰਲੀਮੈਂਟ ਵਿੱਚ ਪਹੁੰਚੇ ਨੇ। ਸਿਰਫ ਸਾਡੀ ਕਮਿਊਨਿਟੀ ਨੇ ਉਹਨਾਂ ਨੂੰ ਵੋਟ ਨਹੀਂ ਕੀਤਾ, ਬਲਕਿ ਗੋਰਿਆਂ ਨੇ ਵੀ, ਕਾਲਿਆਂ ਨੇ ਵੀ ਉਹਨਾਂ ਨੂੰ ਵੋਟ ਕੀਤਾ, ਬਲੈਕ ਕਮਿਊਨਿਟੀ ਨੇ ਵੀ ਉਹਨਾਂ ਨੂੰ ਵੋਟ ਕੀਤਾ। ਪਰ ਅਮਰੀਕਾ ਦਾ ਕੈਪੀਟਲ ਹਿਲ ਖਾਲੀ ਹੈ। ਸਾਡੇ ਬੱਚੇ ਕੀ ਆਉਣ ਤੋਂ ਡਰ ਰਹੇ ਨੇ ਜਾਂ ਇਹ ਕਹਿ ਲਓ ਕਿ ਸਾਨੂੰ ਉਸ ਤਰ੍ਹਾਂ ਹਲੇ ਸਪੋਰਟ ਨਹੀਂ ਮਿਲ ਪਾ ਰਹੀ ਹੈ ਹੋਰਨਾਂ ਕਮਿਊਨਿਟੀਜ਼ ਦੀ ਵੀ ਕਿ ਸਾਨੂੰ ਵੋਟਾਂ ਪੈਣ ਤੇ ਅਸੀਂ ਇੱਕ ਸੀਨੀਅਰ ਪੋਜੀਸ਼ਨ ਤੇ ਆਪਣੀ ਗੱਲ ਨੂੰ ਰੱਖ ਪਾਈਏ? ਉਹਦੇ 'ਚ ਜਿਹੜੀ ਸਪੋਰਟ ਵਾਲੀ ਗੱਲ ਤਾਂ ਕੀਤੀ, ਉਹਦੇ 'ਚ ਆਪਣੀ ਕਮਿਊਨਿਟੀ ਦੀ ਵੀ ਪੂਰੀ ਸਪੋਰਟ ਨਹੀਂ ਮਿਲ ਰਹੀ ਹੈ ਜੀ। ਉਹਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। 1991 'ਚ ਜਾਰਜ ਬੁਸ਼ ਐਲਡਰ ਪ੍ਰੈਜ਼ੀਡੈਂਟ ਸਨ ਅਮਰੀਕਾ ਦੇ ਜੀ, ਉਹ ਇੱਥੇ ਆਏ। ਹਾਂਜੀ, ਉਹਨਾਂ ਨੇ ਏਸ਼ੀਅਨ ਕਮਿਊਨਿਟੀ ਨਾਲ ਕੋਈ ਪ੍ਰੋਗਰਾਮ ਕੀਤਾ। ਉਹਦੇ 'ਚ ਮੈਂ ਤੇ ਇੱਕ ਹੋਰ, ਅਸੀਂ 2 ਸਿੱਖ ਸਾਂ, ਅਸੀਂ ਗਏ ਉਹਦੇ 'ਚ ਜੀ। ਵੀ ਆਰ ਦਾ ਫਸਟ ਸਿੱਖ ਟੂ ਐਵਰ ਹੈਵ ਅ ਪਿਕਚਰ ਔਰ ਮੀਟ US ਪ੍ਰੈਜ਼ੀਡੈਂਟ ਐਟ ਦੈਟ ਟਾਈਮ। ਹਾਂਜੀ, ਸੋ ਉੱਥੇ ਫਿਰ ਅਸੀਂ ਉਹਨਾਂ ਦੀ ਕਨਵੈਨਸ਼ਨ ਹੋਈ ਹਿਊਸਟਨ 92 'ਚ ਜੀ, ਅਸੀਂ ਉੱਥੇ ਵੀ ਗਏ ਜੀ, ਔਰ ਸਾਨੂੰ ਉਹਨਾਂ ਨੇ ਬੜਾ ਰਿਗਾਰਡ ਦਿੱਤਾ। ਉੱਥੇ ਫਿਰ ਉਹਨਾਂ ਸਾਨੂੰ ਸੁਜੈਸਟ ਕੀਤਾ ਵੀ ਤੁਸੀਂ ਆਪਣੀ ਕਮਿਊਨਿਟੀ ਦੇ ਇੱਕ ਰਿਪਬਲਿਕਨ ਪਾਰਟੀ ਦਾ ਯੂਨਿਟ ਬਣਾਓ। ਅਸੀਂ ਨਾਮ ਹੀ ਰੱਖਿਆ, ਹਾਂਜੀ, 6 ਫਾਰ ਰਿਪਬਲਿਕਨ ਪਾਰਟੀ ਜੀ। ਅਸੀਂ ਉਹਨੂੰ ਇਨੀਸ਼ੀਏਟ ਕੀਤਾ, ਪਰ ਅਨਫੋਰਚੂਨੇਟਲੀ ਸਾਨੂੰ ਸਪੋਰਟ ਨਹੀਂ ਮਿਲੀ। ਹਾਂਜੀ,
ਉਹ ਜੀ। ਕੋਈ ਸਾਲ ਦੋ ਤਿੰਨ ਸਾਲ ਬਾਅਦ ਫਿਰ ਸਾਨੂੰ ਉਹ ਜਿਹੜਾ ਆਈਡੀਆ ਸੀ ਉਹ ਡਰਾਪ ਕਰਨਾ ਪਿਆ। ਪਰ ਜੇ ਉਦੋਂ ਕਮਿਊਨਿਟੀ ਸਪੋਰਟ ਕਰਦੀ, ਹੋ ਸਕਦਾ ਹੁਣ ਨੂੰ ਅਸੀਂ ਜਾਂ ਸਾਡੇ ਤਸਵੀਰ ਕੁਛ ਹੋਰ ਹੋ ਸਕਦੀ ਸੀ। ਨਾਟ ਪਾਰਟਿਕੂਲਰ ਅਸੀਂ, ਪਰ ਸਾਡੇ ਕਮਿਊਨਿਟੀ ਦੇ ਮੈਂਬਰ ਉਹਦੇ ਵਿੱਚ ਕਾਫੀ ਦੂਰ ਤੱਕ ਇਨਵੋਲਵ ਹੋ ਸਕਦੇ ਸੀ। ਸੋ ਇਸ ਕਰਕੇ ਆਪਣੀ ਕਮਿਊਨਿਟੀ ਵੀ ਕਈ ਵਾਰੀ ਨਾ ਤੁਹਾਨੂੰ ਸਪੋਰਟ ਨਹੀਂ ਕਰਦੀ। ਹਾਂ, ਜੇ ਸਪੋਰਟ ਕਰਨ ਤਾਂ ਸਾਨੂੰ ਅਪਰਚੁਨਿਟੀ ਲੈਣੀ ਚਾਹੀਦੀ ਆ ਔਰ ਇਹਦੇ 'ਚ ਬਸ ਮਿਹਨਤ ਕਰਨੀ ਚਾਹੀਦੀ ਆ। ਪਰ ਆਉਣ ਵਾਲਾ ਫਿਊਚਰ ਕੀ ਦੇਖਦੇ ਹੋ ਤੁਸੀਂ ਪੋਲੀਟੀਕਲੀ ਖੇਤਰ ਵਿੱਚ? ਅਸੀਂ ਕੀ ਮਜ਼ਬੂਤੀ ਦੇ ਤੌਰ ਤੇ ਅਸੀਂ ਅੱਗੇ ਆਉਣ ਲਈ ਸਾਨੂੰ ਕਿੰਨੀ ਕੁ ਮਿਹਨਤ ਕਰਨੀ ਪਏਗੀ ਅਮਰੀਕਾ ਦੀ ਧਰਤੀ ਤੇ? ਹਾਂ, ਮਿਹਨਤ ਜੇ ਤੁਸੀਂ ਜਿਹੜਾ ਉਹਨਾਂ ਨੇ ਸਾਨੂੰ ਜਦੋਂ ਇੱਕ ਕਿਸਮ ਦੀ ਟ੍ਰੇਨਿੰਗ ਜੀ ਦਿੱਤੀ, ਉਹਨਾਂ ਕਿਹਾ ਵੀ ਤੁਸੀਂ ਜਿਹੜੇ ਬੇਸਿਕ ਯੂਨਿਟ ਨੇ ਉਹਨਾਂ 'ਚ ਇਨਵੋਲਵ ਹੋਵੋ। ਜੀ। ਹੌਲੀ ਹੌਲੀ ਉਹਨਾਂ ਦੀਆਂ ਮੀਟਿੰਗਾਂ 'ਚ ਜਾਓ, ਫਿਰ ਆਪਣਾ ਕਾਉਂਟੀ ਲੈਵਲ ਦੀ ਮੀਟਿੰਗ 'ਚ ਜਾਓ, ਫਿਰ ਸਟੇਟ ਲੈਵਲ ਦੀ ਮੀਟਿੰਗ 'ਚ ਜਾਓ, ਐਂਡ ਦੈਨ ਦਿਸ ਨੋ ਪ੍ਰੋਬਲਮ। ਤੁਸੀਂ ਇਨਵੋਲਵਡ ਹੋ, ਤੁਹਾਨੂੰ ਅਪਰਚੁਨਿਟੀ ਪੂਰੀ ਮਿਲਦੀ ਹੈ। ਪਰ ਆਪ ਲੋਕ ਅਸੀਂ ਟਾਈਮ ਨਹੀਂ ਕੱਢਦੇ ਹਾਂ ਜੀ। ਅਸੀਂ ਉਹਨਾਂ 'ਚ ਅਸੀਂ ਵੀ ਉਹਨੇ ਅਸੀਂ ਆਪਣੇ ਹੀ ਖੁਸ਼ ਰਹਿੰਦੇ ਹਾਂ। ਗੁਰੂ ਘਰ ਚਲ ਗਏ ਜਾਂ ਹੋਰ ਆਪਣੇ ਸੋਸ਼ਲ ਇਵੈਂਟ 'ਚ ਹੋ ਗਏ, ਉੱਥੇ ਆਪਣਾ ਇੰਜੋਏ ਕੀਤਾ, ਆ ਗਏ। ਹਾਂਜੀ, ਉਹ ਕਹਿੰਦੇ ਤੁਸੀਂ ਇਸ ਪਾਸੇ ਟਾਈਮ ਕੱਢੋ, ਪਰ ਇਹਦੇ 'ਚ ਟਾਈਮ ਕੱਢਣਾ ਪੈਂਦਾ ਜੀ, ਬਿਲਕੁਲ। ਜੇ ਅਸੀਂ ਕੱਢੀਏ, ਸਾਡੀ ਕਮਿਊਨਿਟੀ ਕੱਢੇ, ਜਿਹੜੇ ਚਾਹੁਣ ਸਾਡੇ ਯੰਗ ਜਨਰੇਸ਼ਨ ਇਸ ਪਾਸੇ ਇਨਵੋਲਵਡ ਹੋਣ, ਤੇ ਆਈ ਥਿੰਕ ਦੇ ਕੈਨ ਗੈਟ ਇਨਵੋਲਵਡ, ਦੇ ਕੈਨ ਗੋ ਟੂ ਹਾਇਰ ਪੋਜੀਸ਼ਨਸ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਕਿਉਂਕਿ ਬਹੁਤ ਸਾਡੇ ਬੜੇ ਜਿਹੜੇ ਤਿੱਖੇ ਸਵਾਲਾਂ ਦੇ ਵੀ ਬੜੇ ਸਰਲ ਤਰੀਕੇ ਨਾਲ ਤੁਸੀਂ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਨੇ। ਇਹ ਇੱਕ ਤਜਰਬੇਕਾਰ ਦੀ ਪਛਾਣ ਹੁੰਦੀ ਹੈ ਜੀ। ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਫॉर ਕਮਿੰਗ। ਹਾਂਜੀ, ਆਪਰਚੁਨਿਟੀ ਦਿੱਤੀ ਆ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਆਉਣ ਦੀ। ਥੈਂਕ ਯੂ ਜੀ। ਸੋ ਇਹ ਸਨ ਸਰਦਾਰ ਸਰਬਜੀਤ ਸਿੰਘ ਮਾਨ ਸਾਹਿਬ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਨੌਜਵਾਨ ਵਰਗ ਹੈ ਉਹਨਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਵੀ ਹੈ, ਦਮਦਾਰ ਤਰੀਕੇ ਨਾਲ ਅੱਗੇ ਆਉਣ ਦੀ ਜ਼ਰੂਰਤ ਹੈ। ਪਰ ਇਹ ਤਾਂ ਹੀ ਸੰਭਵ ਹੈ ਜੇਕਰ ਕਮਿਊਨਿਟੀ ਦਾ ਸਾਥ ਹੋਏਗਾ, ਕਿਉਂਕਿ ਬਿਨਾਂ ਕਮਿਊਨਿਟੀ ਦੇ ਸਾਥ ਤੋਂ ਕੁਝ ਵੀ ਹਾਸਲ ਕਰਨਾ ਪੋਸੀਬਲ ਨਹੀਂ ਹੈ। ਸੋ ਇਹ ਸੀ ਸਾਡਾ ਸਿੱਖ ਹਾਈ ਫਲਾਇਰ, ਅਤੇ ਮਾਨ ਸਾਹਿਬ ਨੂੰ ਅਸੀਂ ਮਿਲ ਕੇ ਕਿਹਾ ਸਿੱਖ ਹਾਈ ਫਲਾਇਰ। ਅਗਲੇ ਹਫ਼ਤੇ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਯਾਨੀ ਭਲੰਦਰ ਸਿੰਘ ਵਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।